वाहिगुरु जी का खालसा वाहिगुरु जी की फतेह। अकाल पुरख जी का कोटान कोट शुकराना। पातशाह जी ने अज सवेर दी विचार सवेर का दीवान अज आप जी दे नाल बख्शिश कीता है। आओ अज साडे नाल बीबा रुपिंदर कौर जी गुरु नानक मल्टीवर्सिटी तो और सारे परिवार सहित सानू जाप दे नाल जोड़नगे। मैं फिर रिपीट कर दियां, ये कोई फॉर्मैलिटी नहीं, ये कोई एक सिस्टम नहीं भी मीटिंग तो पहला आपां जाप करना है। ये असल विच असी अपना कनैक्शन जोड़ना है वाहिगुरु दे नाल। बाकी सारियां गल्लां वल्लों ध्यान हटा के परमात्मा वाल असी अपना ध्यान जोड़ना है। सचमुच जे असी मुस्कुरा के करिए, सिर्फ इन्नी ही शुरुआत कर दीए, मुस्कुरा के करिए, सानू महसूस होना शुरू हो जाएगा, सानू मतलब समझ आना शुरू हो जाएगा। मुस्कुराना, महसूस करना ते मतलब समझना। आओ इस ढंग दे नाल असी सिमरन करिए तां जो अगले जिहड़ी घंटे दी विचार है वाहिगुरु आप साडे ते बख्शिश करके साडे कोलों ये सेवावां ले लैण। तो मैं बेनती करांगा बेटी रुपिंदर कौर वो विचार जाप की आरंभता करन परिवार सहित जी। वाहिगुरु जी का खालसा वाहिगुरु जी की फतेह। एक ओंकार सतनाम करता पुरख निर्भय निर्वैर अकाल मूरत अजूनी सैभं गुरु प्रसाद एक ओंकार सतनाम करता पुरख निर्भय निर्वैर अकाल मूरत अजूनी सैभं गुरु प्रसाद एक ओंकार सतनाम करता पुरख निर्भय निर्वैर अकाल मूरत अजूनी सैभं गुरु प्रसाद एक ओंकार सतनाम करता पुरख निर्भय निर्वैर अकाल मूरत अजूनी सैभं गुरु प्रसाद एक ओंकार सतनाम करता पुरख निर्भय निर्वैर अकाल मूरत अजूनी सैभं गुरु प्रसाद वाहिगुरु
वाहेगुरु 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 जी का खालसा वाहिगुरु जी की फतेह। 2 मिनट बने रहो जी बेटा जी। बहुत सोहना जाप करवाया है। जसजोत जी इन्हां नूं लियाओ हले। हाँ जी रुपिंदर कौर जी तुसी हो बेटा? हाँ जी अंकल जी बेटा बहुत रस भरिया तुसी जाप करवाया जी, तुहाडा बहुत धन्नवाद। इस तो पहला सानू याद है साडे बीजी माता हरजीत कौर जी दा परिवार सारा इस तरह बैठिया सीगा। ते थोड़ी जी सानू परिवार दी जानकारी दिओ जी, कौन कौन ने ते इन्हां दा एक एक गुण दसो फटाफट। हाँ जी ये दादी जी ने दादी माँ ਤੇ ਇਹਨਾਂ ਦਾ ਇਹ ਹੈ ਕਿ ਇਸ ਉਮਰ ਵਿੱਚ ਵੀ ਜਦੋਂ ਇਹਨਾਂ ਨੂੰ ਕਿਹਾ ਗਿਆ ਕਿ ਲਿਖਣ ਭਗਤੀ ਕਰੋ ਤੇ ਰੋਜ਼ ਆਉਂਦੇ ਨੇ ਤੇ ਕਹਿੰਦੇ ਨੇ ਮੈਨੂੰ ਲਕੀਰਾਂ ਖਿੱਚ ਕੇ ਦੇ ਦਿਓ, ਮੈਂ ਵੀ ਵਾਹਿਗੁਰੂ ਵਾਹਿਗੁਰੂ ਲਿਖਣਾ ਹੈ। ਤੇ ਵਾਹ ਜੀ ਵਾਹ, ਵਾਹ ਜੀ ਵਾਹ। ਹਾਂਜੀ ਤਾਈ ਜੀ ਨੇ ਇਹਨਾਂ ਨੇ ਵੀ ਲਿਖਣ ਭਗਤੀ ਸ਼ੁਰੂ ਕੀਤੀ ਹੈ ਤੇ ਨਾਲ ਨਾਲ ਇਹਨਾਂ ਕਰਕੇ ਮੈਂ ਅੰਮ੍ਰਿਤ ਛਕਿਆ ਸੀ, ਤਾਈ ਜੀ ਤੇ ਤਾਇਆ ਜੀ ਕਰਕੇ। ਵਾਹ ਜੀ ਵਾਹ, ਬਹੁਤ ਵਧੀਆ ਜੀ। ਚਾਚੀ ਜੀ ਕੀਰਤਨ ਬਹੁਤ ਵਧੀਆ ਕਰਦੇ ਨੇ। वाह जी वाह। हाँ जी पीछे छोटे चाची जी ने। अच्छा जी वाह जी वाह, बहुत अच्छे जी। चाची जी ਦਾ ਵੀ ਮਤਲਬ ਹੈਲਪ ਕਰਨ ਦੇ ਸਭ ਤੋਂ ਅੱਗੇ ਨੇ। ਹੈਲਪ ਜਦੋਂ ਵੀ ਇਹਨਾਂ ਨੂੰ ਕਿਹਾ ਜਾਵੇ ਕਿ ਹੈਲਪ ਕਰੋ ਜਾਂ ਪੂਰਾ ਸਪੋਰਟ ਕਰਦੇ ਨੇ ਨਾਲ। ਬਹੁਤ ਅੱਛਾ ਜੀ। ਹਾਂਜੀ ਪਿੱਛੇ ਮੇਰੇ ਪਾਪਾ ਨੇ। ਵਾਹ ਜੀ ਵਾਹ, ਵਾਹਿਗੁਰੂ ਜੀ ਕੀ ਫਤਿਹ। ਪਾਪਾ ਵੀ ਹੌਲੀ ਹੌਲੀ ਨਾਲ ਨਾਲ ਜਦੋਂ ਵੀ ਕਿਹਾ ਜਾਂਦਾ ਪਾਪਾ ਪਾਠ ਕਰੋ ਜਾਂ ਸੁਖਮਨੀ ਸਾਹਿਬ ਦਾ ਪਾਠ ਪਾਪਾ ਨੇ ਆਰੰਭ ਕੀਤਾ ਨਾਲ। ਹੁਣ ਲਿਖਣ ਭਗਤੀ ਵੀ ਕਰ ਰਹੇ ਨੇ। ਜਦੋਂ ਵੀ ਪਾਪਾ ਕਦੀ ਕਿਸੇ ਚੀਜ਼ ਨੂੰ ਮਨਾ ਨਹੀਂ ਕਰਦੇ। ਪਾਪਾ ਦਾ ਇਹ ਹੈ ਕਿ ਕਦੋਂ ਕੁਝ ਵੀ ਕਰੋ ਕਿਤੇ ਨਾਲ ਹੀ ਪਾਪਾ ਕਰਦੇ ਨੇ ਪੂਰਾ। ਤੇ ਇਹ ਮੇਰੀ ਤਾਇਆ ਜੀ ਦੀ ਬੇਟੀ ਹੈ, ਇਹ ਵੀ ਮੇਰੇ ਨਾਲ ਹੀ ਹਰ ਚੀਜ਼ 'ਚ ਮੇਰਾ ਸਪੋਰਟ ਕਰਦੀ ਹੈ। ਅਸੀਂ ਇਕੱਠੇ ਹੀ ਪੜ੍ਹੇ, ਇਕੱਠੇ ਹੀ ਸਕੂਲ ਵੀ ਇਕੱਠੇ ਜਾਂਦੇ ਹਾਂ। ਤੇ ਬਾਕੀ ਬ੍ਰਦਰ ਪਿੱਛੇ ਤਾਇਆ ਜੀ ਦਾ ਬੇਟਾ, ਇਹ ਤਬਲਾ ਬਹੁਤ ਵਧੀਆ ਵਜਾਉਂਦਾ ਹੈ ਜੀ। ਵੈਰੀ ਗੁੱਡ ਵੈਰੀ ਗੁੱਡ। ਛੋਟੇ ਚਾਚੀ ਜੀ ਦੇ ਬੇਟੀ ਤੇ ਬੇਟਾ, ਇਹ ਦੋਨੋਂ ਇਹ ਵੀ ਕੀਰਤਨ ਵਧੀਆ ਕਰਦੇ ਨੇ ਤੇ ਸਟੱਡੀ 'ਚ ਬਹੁਤ ਇੰਟੈਲੀਜੈਂਟ ਨੇ ਦੋਨੋਂ। ਬਹੁਤ ਅੱਛੇ ਜੀ, ਬਹੁਤ ਅੱਛੇ। ਛੋਟੇ ਬੱਚੇ ਜਿਹੜੇ ਨੇ ਉਹ ਵੀ ਸ਼ਰਾਰਤੀ ਨੇ, ਪਰ ਨਾਲ ਨਾਲ ਜੋ ਕੰਮ ਕਹੋ ਨਾਲ ਨਾਲ ਕਰਦੇ ਰਹਿੰਦੇ। ਲਿਖਣ ਭਗਤੀ ਇਹਨਾਂ ਨੇ ਵੀ ਸ਼ੁਰੂ ਕੀਤੀ ਹੋਈ ਹੈ। ਬਹੁਤ ਅੱਛਾ ਜੀ, ਬਹੁਤ ਵਧੀਆ ਜੀ। ਬੋਲੇ ਸੋ ਨਿਹਾਲ। ਅੱਜ ਤੇ ਮੀਟਿੰਗ ਦੀ ਆਰੰਭਤਾ ਤੇ ਹੀ ਇੰਨਾ ਰਸ ਬਣ ਗਿਆ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਹੁਣ ਮੈਂ ਬੇਨਤੀ ਕਰਦਾ ਵੀਰ ਉਰਵਿੰਦਰ ਸਿੰਘ ਜੀ ਜੋ ਲੜੀਵਾਰ ਸਾਡੇ ਨਾਲ ਵਿਚਾਰ ਕਰ ਰਹੇ ਹਨ ਜਪਜੀ ਸਾਹਿਬ ਦੀ, ਉਹ ਹੋਰ ਰਸ ਭਰ ਦੇਣਗੇ ਜੀ ਅੱਜ ਦੀ ਇਸ ਇਕੱਤਰਤਾ ਦੇ ਵਿੱਚ। ਬਹੁਤ ਧੰਨਵਾਦ ਜੀ ਵੀਰ ਉਰਵਿੰਦਰ ਸਿੰਘ ਜੀ। ਕਰੋ ਜੀ ਆਰੰਭ ਜੀ। ਇੱਕ ਵਾਰ ਦਸਮ ਪਾਤਸ਼ਾਹ ਦੀ ਫਤਿਹ ਬਖਸ਼ੀ ਗੱਜ ਕੇ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਕਈ ਰਸ ਤਾਂ ਬਹੁਤ ਆਇਆ ਜੀ ਇਹਨਾਂ ਦਾ ਪਰਿਵਾਰ ਦੇਖ ਕੇ। ਰਸ ਕੀ ਆਨੰਦ ਰਸ ਆਇਆ ਜੀ ਕਿ ਇੰਨਾ ਵੱਡਾ ਪਰਿਵਾਰ ਇਕੱਠਾ ਬੈਠ ਕੇ ਸਾਰਾ ਪ੍ਰੋਗਰਾਮ ਦੇਖ ਰਿਹਾ, ਸੁਣ ਰਿਹਾ, ਕਰ ਰਿਹਾ। ਬਹੁਤ ਬਖਸ਼ਿਸ਼ ਪਾਤਸ਼ਾਹ ਕੇ ਅਰਦਾਸ ਹੈ ਕਿ ਸਾਡੇ ਸਾਰੇ ਸਿੱਖ ਪਰਿਵਾਰ ਇਸ ਤਰ੍ਹਾਂ ਦੇ ਹੀ ਹੋਣ ਔਰ ਇਸ ਤਰ੍ਹਾਂ ਦੀ ਹੀ ਸੰਗਤ ਰੋਜ਼ ਕਰਿਆ ਕਰਨ ਤਾਂ ਕਿ ਸੁਣਨ ਵਾਲੇ ਨੂੰ ਵੀ ਰਸ ਆਏ ਤੇ ਜਪਣ ਵਾਲੇ ਨੂੰ ਵੀ ਰਸ ਆਏ। ਧੰਨਵਾਦ ਜੀ, ਧੰਨਵਾਦ ਜੀ ਰੁਪਿੰਦਰ ਕੌਰ ਜੀ ਦਾ। ਲੜੀਵਾਰ ਅੱਜ ਅਗਲੀ ਪੌੜੀ ਦੀ ਵਿਚਾਰ
ਆਪਾਂ ਸ਼ੁਰੂ ਕਰੀਏ 22ਵੀਂ ਪੌੜੀ ਦੀ। बड़े ध्यान नाल सरवण करना जी अजे, क्योंकि पातशाह दा ये बाणी रचन का स्वरूप इस तरह का कि पहला जिहड़ी प्रचलित गल ने वो करते हैं, फिर अपना मत रखते हैं। इत्थे प्रचलित गल उन्होंने शुरुआत की है वेदां दी, किताबां दी ते 18,000 आलमां दी। जिहड़े ये वेद ਹਨ हिंदू मत दे या ईसाई मत दे किताब और 18,000 आलम हैं ईसाई मत और इस्लाम मत दे, ये सारे कहते हैं कि पाताला पाताल लख आगासा आगास। पाताला पाताल का मतलब है कि पतालों के हेठा होर पाताल, लख आप समझते हो। आगाशा आगास का मतलब है आकाशां दे उत्ते होर आकाश। ਇਹਦਾ मतलब है उन्होंने लख तक पताल और लख तक आकाश इन्हां किताबां विच, इन्हां वेदां विच और इन्हां सारे 18,000 आलमां च लिखे हैं। पर पातशाह बाणी च कहंदे ना ओढ़क ओढ़क भाल थके। ओढ़क मतलब अंत तक, अखीरले बन्ने तक इन्होंने भाल के देख लिया है। इसे करके ये वे एक बात कहते हैं। कहन एक बात मतलब कि ये आखते हैं, एक जुबान होके ये सारे आखते हैं कि लखां ही पताल हैं ते लखां ही आकाश हैं। पर गुरु नानक साहब फिर अपना मत दिंदे हैं। की कहते हैं कि सहस 18 कहन किताबा, मतलब आप विचार कर ही ली है कि 18,000 आलम हैं ते कई किताब हैं जिहड़े कि ईसाई मत और इस्लाम मत दी किताबां हैं। वो कहते हैं कि लखां ही आकाश ते लखां ही पाताल हैं। अगे पातशाह अपना मत देंदे कहते हैं लेखा होए तां लिखी है, लिखे हुए विनाश। पातशाह कहते इन्ना ज्यादा पसारा सतगुर सच्चे पातशाह का है, उस परमात्मा का इन्ना वड्डा पसारा है कि जिहड़ी ये लेख लख उन्होंने एक मेजरमेंट दसी है, एक गिनती दसी है, एक हिंसा दसिया है, वो लख भी घट हैं। इन्ना वड्डा पसारा है कि जिहड़ा लेखा है वो विनाश हो जाता है। ਇਹਦਾ मतलब है जीरोआं इन्नियां लाणियां पैंदियां ਹਨ सानू कि वो गिनती मुक जाती है, पर परमात्मा का पसारा नहीं मुकदा। जिहड़े असीं साइंस पढ़ते हाँ वो ये जान लईए कि अगर सानू किसी का पसारा या कोई हिंसा या कोई मेजरमेंट नहीं मिलती तो असीं उहनूं इनफिनिटी करके डिफाइन कर दिंदे हां। इत्थे भी पातशाह बख्शिश करदे होए कहंदे हैं कि लेखा साडा विनाश हो गया है, वो लेखा खत्म हो गया है। सानू इनफिनिटी भी घट लगता है, क्योंकि असी साइंस वाले जानते हाँ कि लाइट ईयर्स तो बाद उन्होंने कोई इहो जिहा मेजरमेंट नहीं लभा जिहदे विच वो सारी कायनात की डिस्टेंस या सारी कायनात नूं मेजर कर सकन। वो लेखा साडा खत्म हो गया है। किड्डा क वड्डा है परमात्मा। पातशाह बख्शिश करते हैं, कहते नानक वड्डा आखी है। की कहते ने नानक वड्डा आखी है, आपे जाने आप। नानक जी कहते ने हे नानक उस परमात्मा नूं किन्ना वड्डा आखिए, नहीं कह सकते। की कवांगे, परमात्मा आप ही जानता है वो किड्डा वड्डा। मतलब कि इन्ना वड्डा है कि साडी सुरती विच वो नहीं आ सकता। अगे बख्शिश करते कहने हैं, कहते सालाही सालाह, मैं उस सलाहन योग परमात्मा नूं, सलाही का मतलब है सलाहन योग परमात्मा, सलाह का मतलब मैं सिफतां करता हाँ, उन्होंने सलाहदा।
मैं उस सलाहन योग परमात्मा दियां इन्नियां सिफतां कीतियां कि तां ही मेरी सुरत विच नहीं आया। इतनी मेरी समझ वड्डी नहीं हुई कि वो परमात्मा दा पसारा मेरी समझ विच आ सके। किस तरह होया फिर? अगर मेरी समझ च नहीं आया तो फिर मैनू की समझ आया? जिवें पातशाह अगे बख्शिश करते हैं कि इस तरह मैनू समझ आया कि जिवें नदियां अते वाह, नदियां ते नाले, वाह का मतलब है नाले, या जिहड़े छोटे मोट नाले समुंदर विच आके पैंदे हन, जिहड़ियां नदियां समुंदर विच आके मिल जांदियां हन। पवे समुंद मतलब समुंद विच पै जांदियां हन। समुंद मतलब समुंदर, सी, ओशन। ना जाणीए ਜਦੋਂ ਨਾਲੀਏ ਅਤੇ ਨਦੀਆਂ ਸਮੁੰਦਰ ਦੇ ਵਿੱਚ ਪੈ ਜਾਂਦੇ ਹਨ ਤਾਂ ਅਸੀਂ ਉਹਨਾਂ ਦੇ ਪਾਣੀ ਨੂੰ ਵੱਖ ਨਹੀਂ ਕਰ ਸਕਦੇ। ਇਸ ਤਰ੍ਹਾਂ ਹੀ ਜਦੋਂ ਮੈਂ ਪਰਮਾਤਮਾ ਨੂੰ ਜਪਦਾ ਜਪਦਾ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹਾਂ ਤਾਂ ਫਿਰ ਨਹੀਂ ਪਤਾ ਲੱਗਦਾ ਕਿ ਪਰਮਾਤਮਾ ਕੌਣ ਹੈ ਤੇ ਉਹਦਾ ਭਗਤ ਕੌਣ ਹੈ। ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੀ। ਜਦੋਂ ਰਾਮ ਤੇ ਕਬੀਰ ਜੀ ਕਹਿੰਦੇ ਹਨ ਇੱਕ ਹੋ ਜਾਂਦੇ ਹਨ ਤੇ ਕੋਈ ਉਹਨਾਂ ਨੂੰ ਪਛਾਣ ਨਹੀਂ ਸਕਦਾ ਕਿ ਰਾਮ ਕੌਣ ਹੈ ਤੇ ਕਬੀਰ ਕੌਣ ਹੈ। ਮੈਂ ਬਹੁਤ ਵਧੀਆ ਅੱਜ ਸਹਿਜ ਪਾਠ ਕਰਦਿਆਂ ਇੱਕ ਫਰਮਾਨ ਆਇਆ ਕਿ ਰਾਮ ਕਬੀਰਾ ਵਿਆਹ ਚਲੇ ਆ। ਕਬੀਰ ਜੀ ਕਹਿੰਦੇ ਨਾ ਕਿ ਮੈਨੂੰ ਅੱਜ ਵਿਆਹ ਲਿਆ ਪਰਮਾਤਮਾ ਨੇ, ਮੈਂ ਉਹਦੇ ਨਾਲ ਵਿਆਹ ਕਰਾ ਲਿਆ ਤੇ ਮੈਨੂੰ ਪਤਾ ਹੀ ਨਹੀਂ ਕਿ ਮੈਂ ਕੌਣ ਹਾਂ ਤੇ ਪਰਮਾਤਮਾ ਕੌਣ ਹੈ। ਪਾਤਸ਼ਾਹ ਅੱਗੇ ਬਖਸ਼ਿਸ਼ ਕਰਦੇ ਹਨ ਕਿ ਜਦੋਂ ਮੈਂ ਪਰਮਾਤਮਾ ਚ ਅਭੇਦ ਹੋ ਗਿਆ ਤੇ ਮੈਨੂੰ ਕੀ ਸਮਝ ਆਇਆ ਕਿ ਸਮੁੰਦ ਸਾਹ ਸੁਲਤਾਨ। ਸਮੁੰਦ ਮਤਲਬ ਸਮੁੰਦਰ, ਸਾਹ ਸੁਲਤਾਨ, ਸਮੁੰਦਰਾਂ ਦੇ ਪਾਤਸ਼ਾਹ ਤੇ ਸੁਲਤਾਨ। ਗਿਰਹਾ ਸੇਤੀ ਮਾਲ ਧਨ। ਗਿਰਹਾ ਸੇਤੀ ਮਤਲਬ ਪਹਾੜਾਂ ਜਿੱਡੇ ਉਹਨਾਂ ਕੋਲ ਧਨ ਹੋਣ। ਇੰਨਾ ਧਨ ਹੋਵੇ ਕਿ ਉਹਨਾਂ ਕੋਲ ਪਹਾੜਾਂ ਦੇ ਪਹਾੜ ਭਰ ਜਾਣ। ਮਾਲ ਧਨ ਦਾ ਮਤਲਬ ਬਹੁਤ ਸਾਰਾ ਮਟੀਰੀਅਲ, ਬਹੁਤ ਸਾਰਾ ਧਨ ਉਹਨਾਂ ਕੋਲ। ਗਿਰਹਾ ਸੇਤੀ ਮਤਲਬ ਪਹਾੜਾਂ ਜਿੱਡੇ, ਏਡੇ ਵੱਡੇ ਸੁਲਤਾਨ ਔਰ ਇੰਨੇ ਵੱਡੇ ਰਾਜੇ ਜਿਨ੍ਹਾਂ ਕੋਲ ਪਹਾੜਾਂ ਜਿੱਡਾ ਮਾਲ ਹੋਵੇ, ਉਹਨਾਂ ਨੂੰ ਕੀ ਪਾਤਸ਼ਾਹ ਅੱਗੇ ਕਹਿੰਦੇ ਹਨ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੁ ਨਾ ਵਿਸਰੇ। ਅੱਗੇ ਕਰਦੇ ਜੀ, ਤੁਲ ਦਾ ਮਤਲਬ ਹੈ ਬਰਾਬਰ। ਉਹ ਜਿਹੜੇ ਸੁਲਤਾਨ ਵੱਡੇ ਵੱਡੇ ਰਾਜੇ ਹਨ ਉਹ ਕੀੜੀ ਦੇ ਬਰਾਬਰ ਨਹੀਂ ਹਨ, ਉਸ ਕੀੜੀ ਦੇ ਬਰਾਬਰ ਜਿਹਨੂੰ ਪਰਮਾਤਮਾ ਆਪਣੇ ਮਨ ਚੋਂ ਨਹੀਂ ਵਿਸਰਦਾ। ਪ੍ਰਭੂ ਦੀ ਭਗਤੀ ਦੀ ਬਰਕਤ ਨਾਲ ਮਨੁੱਖ ਸਾਹਾਂ ਪਾਤਸ਼ਾਹਾਂ ਦੀ ਪਰਵਾਹ ਨਹੀਂ ਕਰਦਾ। ਪ੍ਰਭੂ ਦੇ ਨਾਮ ਦੇ ਸਾਹਮਣੇ ਬੇਅੰਤ ਧਨ ਵੀ ਉਸਨੂੰ ਤੁੱਛ ਜਾਪਦਾ ਹੈ। ਉਹ ਇੱਕ ਕੀੜੀ ਦੇ ਬਰਾਬਰ ਨਹੀਂ ਹਨ ਜਿਹਦੇ ਵਿੱਚ ਪਰਮਾਤਮਾ ਦੀ ਹਮੇਸ਼ਾ ਯਾਦ ਰਹਿੰਦੀ ਹੈ। ਮੈਂ ਇੱਥੋਂ ਇਹ ਦੱਸ ਦਿਆਂ ਕਿ ਇਹ ਜਿਹੜੀਆਂ ਦੋਨੋਂ ਪੌੜੀਆਂ ਹਨ, ਪਾਤਸ਼ਾਹ ਨੇ ਪਹਿਲਾਂ ਜੋ ਪ੍ਰਚਲਿਤ ਗੱਲ ਸੀ ਉਹ ਕੀਤੀ ਹੈ, ਉਸ ਤੋਂ ਬਾਅਦ ਆਪਣੀ ਗੱਲ ਕੀਤੀ ਹੈ। ਇਹ ਜਿਹੜੀ ਪਾਤਸ਼ਾਹ ਕਹਿੰਦੇ ਨੇ ਮੈਂ ਤੇਰੀ ਸਲਾਹ ਕਰ ਰਿਹਾ ਹਾਂ, ਇਹ ਮੈਂ ਇਸ ਕਰਕੇ ਕਰ ਰਿਹਾ ਹਾਂ ਕਿ ਮੇਰੀ ਸੁਰਤ ਇੰਨੀ ਉੱਚੀ ਹੋਵੇ ਕਿ ਮੈਂ ਤੇਰੇ ਵਿੱਚ ਅਭੇਦ ਹੋ ਸਕਾਂ, ਤੇਰਾ ਨਾਮ ਜਪ ਸਕਾਂ, ਤੈਨੂੰ ਆਪਣੇ ਕੋਲ ਬੁਲਾ ਸਕਾਂ। ਅੱਗੇ ਪਾਤਸ਼ਾਹ ਬਖਸ਼ਿਸ਼ ਕਰਦੇ ਹੋਏ ਕਹਿੰਦੇ ਹਨ ਕਿ ਅੰਤ ਨਾ ਸਿਫਤੀ ਕਹਿਣ ਨਾ ਅੰਤ। ਅਗਲੀ ਪੌੜੀ ਹੈ ਜੀ, ਇਹਦੇ ਨਾਲ ਹੀ ਮਿਲਦੀ ਜੁਲਦੀ ਪੌੜੀ ਹੈ, ਕਿਉਂਕਿ ਉੱਥੇ ਪਾਤਸ਼ਾਹ ਨੇ ਕਿਹਾ ਕਿ ਸਮੁੰਦਰਾਂ ਦੇ ਸੁਲਤਾਨ ਜਿਨ੍ਹਾਂ ਕੋਲ ਬਹੁਤ ਮਾਲ ਧਨ ਹੈ। ਪਾਤਸ਼ਾਹ ਪਰਮਾਤਮਾ ਦੀ ਸਿਫਤ ਕਰਦੇ ਹੋਏ ਕਹਿੰਦੇ ਹਨ ਕਿ ਅਕਾਲ ਪੁਰਖ ਦੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਸਿਫਤੀ ਮਤਲਬ ਗੁਣ, ਅੰਤ ਮਤਲਬ ਅੰਤ ਦੇ ਪੈਰ 'ਚ ਰਾਰਾ ਹੈ। ਉਸ ਇੱਕ ਪਰਮਾਤਮਾ ਦੇ ਗੁਣਾਂ ਦਾ ਅਸੀਂ ਅੰਤ ਨਹੀਂ ਪਾ ਸਕਦੇ।
ਨਾ ਕਹਿ ਸਕਦੇ ਹਾਂ, ਨਾ ਉਹਦਾ ਹੱਦ ਬੰਨਾ ਨਾਪ ਸਕਦੇ ਹਾਂ। ਅੰਤ ਨਾ ਕਰਨਾ ਦੇਨ ਅੰਤ, ਉਹਦੀ ਉਸ ਕਰਤੇ ਦੀ ਰਚਨਾ ਦਾ। ਇੱਥੇ ਕਰਨੇ ਮਤਲਬ ਰਚਨਾ, ਦੇਣ ਨਾ ਅੰਤ ਮਤਲਬ ਜਿੰਨਾ ਪਰਮਾਤਮਾ ਸਾਰਿਆਂ ਨੂੰ ਦਿੰਦਾ ਹੈ, ਨਾ ਉਸ ਕਰਤੇ ਦੀ ਰਚਨਾ ਦਾ। ਅਸੀਂ ਪਹਿਲਾਂ ਇਹਨੂੰ ਕਰ ਚੁੱਕੇ ਹਾਂ, ਵਿਚਾਰ ਚੁੱਕੇ ਹਾਂ ਕਿ ਉਹਦੀ ਰਚਨਾ ਦਾ ਅੰਤ ਨਹੀਂ ਹੈ। ਤੇ ਹੁਣ ਅਸੀਂ ਵਿਚਾਰਦੇ ਹਾਂ ਕਿ ਜਿੰਨਾ ਪਰਮਾਤਮਾ ਸਾਰਿਆਂ ਨੂੰ ਦੇ ਰਿਹਾ ਹੈ, ਬਾਰ-ਬਾਰ ਦੇਈ ਜਾਂਦਾ ਹੈ, ਦੇਈ ਜਾਂਦਾ ਹੈ, ਦੇਈ ਜਾਂਦਾ ਹੈ, ਉਹਦਾ ਅਸੀਂ ਅੰਤ ਨਹੀਂ ਪਾ ਸਕਦੇ। ਕਿਉਂਕਿ ਪਾਤਸ਼ਾਹ ਬਾਣੀ ਵਿੱਚ ਆਪ ਫਰਮਾਨ ਕਰਦੇ ਹਨ ਕਿ ਦੇਂਦਾ ਦੇ ਲੈਂਦੇ ਥੱਕ ਪਾਏ। ਅਸੀਂ ਲਈ ਜਾਂਦੇ ਹਾਂ, ਥੱਕ ਗਏ ਹਾਂ ਲੈ ਲੈ ਕੇ, ਪਰ ਉਸ ਪਾਤਸ਼ਾਹ ਦੀ ਬਖਸ਼ਿਸ਼ ਕਿ ਉਹ ਦਿੰਦਾ ਹੋਇਆ ਨਹੀਂ ਥੱਕਦਾ। ਅੰਤ ਨਾ ਵੇਖਣ ਸੁਣਨ ਨਾ ਅੰਤ, ਨਾ ਵੇਖਣ ਦਾ ਤੇ ਨਾ ਸੁਣਨ ਦਾ, ਉਹਦੇ ਗੁਣਾਂ ਦਾ ਅਸੀਂ ਨਾ ਉਹਦੇ ਗੁਣ ਵੇਖ ਸਕਦੇ ਹਾਂ, ਨਾ ਇੰਨੇ ਗੁਣ ਜ਼ਿਆਦਾ ਹਨ ਕਿ ਨਾ ਅਸੀਂ ਸੁਣ ਸਕਦੇ ਹਾਂ। ਮਤਲਬ ਕਿ ਇਹਦਾ ਗੁਣਾਂ ਦਾ ਪਾਰ ਨਹੀਂ ਪਾਇਆ ਜਾ ਸਕਦਾ। ਅੰਤ ਨਾ ਜਾਪੈ ਕਿਆ ਮਨ ਮੰਤ, ਪਰਮਾਤਮਾ ਦੇ ਮਨ ਵਿੱਚ ਕੀ ਮੰਤ ਹੈ। ਮੰਤ ਮਤਲਬ ਸਲਾਹ, ਮਨ ਮਤਲਬ ਪਰਮਾਤਮਾ ਦੇ ਮਨ ਵਿੱਚ। ਕਿਆ ਮਨ ਮੰਤ, ਪਰਮਾਤਮਾ ਦੇ ਮਨ ਵਿੱਚ ਕੀ ਹੈ, ਅਸੀਂ ਸਾਨੂੰ ਨਹੀਂ ਜਾਪ ਸਕਦਾ, ਸਾਨੂੰ ਨਹੀਂ ਪਤਾ ਲੱਗ ਸਕਦਾ। ਜਾਪੇ ਮਤਲਬ ਸਾਨੂੰ ਪਤਾ ਨਹੀਂ ਲੱਗ ਸਕਦਾ। ਅੰਤ ਨਾ ਜਾਪੈ ਕੀਤਾ ਆਕਾਰ, ਪਰਮਾਤਮਾ ਦੇ ਕੀਤੇ ਹੋਏ ਆਕਾਰ ਦਾ ਪਾਰਲਾ ਬੰਨਾ ਅਸੀਂ ਨਹੀਂ ਲੱਭ ਸਕਦੇ। ਨਾ ਤਾਂ ਅਸੀਂ ਉਹਦੀ ਆਕਾਰ ਦੀ ਵਿਆਖਿਆ ਕਰ ਸਕਦੇ ਹਾਂ, ਨਾ ਅਸੀਂ ਉਹਦੇ ਪਾਰਲੇ ਬੰਨੇ ਦਾ। ਅੰਤ ਨਾ ਜਾਪੈ ਪਾਰਾਵਾਰ, ਪਾਰਾਵਾਰ ਦਾ ਮਤਲਬ ਪਾਰ ਆਵਾਰ, ਇਹ ਪਾਰ ਤੇ ਦੂਸਰਾ ਪਾਰ, ਉਹਦੇ ਪਾਰਲਾ ਤੇ ਉਰਲਾ ਬੰਨਾ ਅਸੀਂ ਨਹੀਂ ਲੱਭ ਸਕਦੇ। ਅੰਤ ਕਾਰਨ ਕੇਤੇ ਬਿਲ ਲਾਹੇ, ਵਾਹਿਗੁਰੂ ਜੀ ਆ ਬੜੀ ਇੰਪੋਰਟੈਂਟ ਲਾਈਨ ਹੈ ਕਿ ਬਹੁਤ ਸਾਰੇ ਯੋਗੀ ਜਤੀ ਸੰਨਿਆਸੀ ਲੱਭਣ ਲੱਗੇ ਹਨ ਕਿ ਪਰਮਾਤਮਾ ਦਾ ਅੰਤ ਅਸੀਂ ਲੱਭ ਲਈਏ, ਪਰਮਾਤਮਾ ਦਾ ਵੱਡਾ ਪਸਾਰਾ ਅਸੀਂ ਲੱਭ ਲਈਏ। ਅੱਗੇ ਬੇਨਤੀ ਕਰਦੇ ਹਨ, ਅੱਗੇ ਪਾਤਸ਼ਾਹ ਬਖਸ਼ਿਸ਼ ਕਰਨ ਤਾਂ ਕਿ ਅੰਤ ਨਾ ਪਾਏ ਜਾਏ। ਉਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਆਪ ਗੌਰ ਕਰਨਾ ਜੀ ਕਿ ਅੰਤ ਕਾਰਨ ਕੇਤੇ ਬਿਲ ਲਾਹੇ, ਇਸ ਅੰਤ ਦੇ ਪੈਰ ਵਿੱਚ ਵੀ ਔਂਕੜ ਨਹੀਂ ਹੈ, ਤਾਂ ਕਿ ਅੰਤ ਨਾ ਪਾਏ ਜਾਹੇ। ਇਸ ਦੇ ਤੱਤੇ ਦੇ ਪੈਰ ਵਿੱਚ ਵੀ ਔਂਕੜ ਨਹੀਂ ਹੈ। ਮਤਲਬ ਉਸ ਪਰਮਾਤਮਾ ਦਾ ਅੰਤ ਜਿਹੜਾ ਕੋਈ ਵੀ ਨਹੀਂ ਪਾ ਸਕਦਾ। ਇਹੋ ਅੰਤ ਨ ਜਾਣੈ ਕੋਈ, ਇਹ ਜਿਹੜਾ ਪਰਮਾਤਮਾ ਦਾ ਅੰਤ ਹੈ ਉਹ ਕੋਈ ਨਹੀਂ ਪਾ ਸਕਦਾ। ਪਾਤਸ਼ਾਹ ਸਾਨੂੰ ਬਾਰ-ਬਾਰ ਇਹ ਕਿਉਂ ਸਮਝਾਉਂਦੇ ਹਨ ਕਿ ਪਰਮਾਤਮਾ ਦਾ ਉਰਲਾ ਪਾਰਲਾ ਬੰਨਾ ਦੇ ਵਿੱਚ ਅਸੀਂ ਨਾ ਲੱਗੇ ਰਹੀਏ, ਸਿਰਫ ਤੇ ਸਿਰਫ ਆ ਅਗਲਾ ਕੰਮ ਕਰੀਏ। ਕੀ ਕਰੀਏ? ਬਹੁਤਾ ਕਹੀਏ ਬਹੁਤਾ ਹੋਏ। ਬਹੁਤ ਵਧੀਆ ਪਾਤਸ਼ਾਹ ਨੇ ਫਰਮਾਨ ਸਾਨੂੰ ਬਖਸ਼ਿਸ਼ ਕੀਤਾ ਕਿ ਬਹੁਤਾ ਕਹਿਣਾ ਚਾਹੀਦਾ ਹੈ। ਬਹੁਤ ਵਡਿਆਈਆਂ ਪਾਤਸ਼ਾਹ ਦੀਆਂ ਕਹਿਣਾ ਚਾਹੀਦੀਆਂ ਹਨ। ਕਿਉਂ? ਬਹੁਤੀਆਂ ਵਡਿਆਈਆਂ ਕਰਦੇ ਕਰਦੇ ਉਹ ਵਡਿਆਈਆਂ, ਉਹ ਗੁਣ ਸਾਡੇ ਵਿੱਚ ਵੀ ਆ ਸਕਦੇ ਨੇ, ਅਸੀਂ ਵੀ ਉਹ ਗੁਣ ਪ੍ਰਾਪਤ ਕਰ ਸਕਦੇ ਹਾਂ। ਕਿਉਂਕਿ ਜਿੰਨਾ ਵੱਡਾ ਅਸੀਂ ਪਰਮਾਤਮਾ ਨੂੰ ਕਹਾਂਗੇ ਓਨਾ ਵੱਡਾ ਹੀ ਉਹ ਪਰਮਾਤਮਾ ਹੁੰਦਾ ਜਾਏਗਾ, ਤੇ ਸਾਡਾ ਜਿਹੜਾ ਵਿਜ਼ਨ ਹੈ ਉਹ ਓਨਾ ਹੀ ਵੱਡਾ ਹੁੰਦਾ ਜਾਏਗਾ ਜਿੰਨਾ ਅਸੀਂ ਵੱਡਾ ਪਰਮਾਤਮਾ ਨੂੰ ਕਹਿੰਦੇ ਜਾਵਾਂਗੇ। ਜਿੰਨੇ ਗੁਣ ਅਸੀਂ ਉਹਦੇ ਗਾਉਂਦੇ ਜਾਵਾਂਗੇ ਓਨੇ ਗੁਣ ਪਰਮਾਤਮਾ ਸਾਨੂੰ ਵੀ ਬਖਸ਼ਿਸ਼ ਕਰਦਾ ਜਾਏਗਾ, ਤੇ ਸਾਨੂੰ ਇੰਨਾ ਵੱਡਾ ਵਿਜ਼ਨ ਵੀ ਬਖਸ਼ਿਸ਼ ਕਰ ਦੇਗਾ ਕਿ ਉਹ ਪਰਮਾਤਮਾ ਦੇ ਗੁਣ ਅਸੀਂ ਬਖਸ਼ਿਸ਼ ਕਰਕੇ ਪਤਾ ਲਗਾਉਂਦੇ ਜਾਈਏ। ਵੱਡਾ ਸਾਹਿਬ ਉੱਚਾ ਥਾਂ, ਵਾਹ ਜੀ। ਪਾਤਸ਼ਾਹ ਜਾਪ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਬਿਲੰਦੁਲ ਮਕਾਨ ਹੈ, ਕਿ ਉਹਦਾ ਮਕਾਨ ਜਿੱਥੇ ਉਹ ਰਹਿੰਦਾ ਹੈ ਉਹ ਬਹੁਤ ਉੱਚਾ ਹੈ। ਇੱਥੇ ਵੀ ਕਹਿੰਦੇ ਹਨ ਵੱਡਾ ਸਾਹਿਬ ਉੱਚਾ ਥਾਓ। ਉੱਚਾ ਮਤਲਬ ਬਹੁਤ ਉੱਚਾ ਹੈ। ਉਹ ਕਿਵੇਂ ਉੱਚਾ ਹੈ? ਉੱਚੇ ਉੱਪਰ ਉੱਚਾ ਨਾਮ। ਪਾਤਸ਼ਾਹ ਆਪ ਤਾਂ ਵਡਿਆਈਆਂ ਬਹੁਤ ਵੱਡੀਆਂ ਹਨ, ਬਹੁਤ ਉੱਚੀਆਂ ਹਨ, ਤੇ ਉਹਦਾ ਨਾਮ ਵੀ ਬਹੁਤ ਉੱਚਾ ਹੈ, ਬਹੁਤ ਵੱਡਾ ਹੈ, ਬਹੁਤ ਬਖਸ਼ਿਸ਼ ਕਰਨ ਵਾਲਾ ਹੈ।
ਅਸੀਂ ਕਿਵੇਂ ਜਾਣ ਸਕਦੇ ਹਾਂ? ਅੱਗੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਏਵੜ ਉੱਚਾ ਹੋਵੇ ਕੋਈ। ਏਵੜ ਬਹੁਤ ਪਿਆਰਾ ਲਫ਼ਜ਼ ਹੈ ਜੀ। ਇਹ ਵੱਡ, ਏਡਾ ਵੱਡਾ, ਏਡਾ ਵੱਡਾ ਉੱਚਾ ਹੋਵੇ ਕੋਈ, ਏਡਾ ਵੱਡਾ ਕਿਸੇ ਨੂੰ ਹੋਣਾ ਪਏਗਾ। ਵੀਰ ਜੀ ਸਰਬਜੀਤ ਸਿੰਘ ਉਹਨਾਂ ਨੇ ਇੱਕ ਬੜੀ ਪਿਆਰੀ ਲਾਈਨ ਪਿੱਛੇ ਜੇ ਸਾਨੂੰ ਲਿਖਾਈ ਸੀ ਕਿ ਮੈਨ ਇਜ਼ ਅ ਪੋਟੈਂਸ਼ੀਅਲ ਗॉड। ਸਾਨੂੰ ਉਹ ਪੋਟੈਂਸ਼ੀਅਲ ਆਪਣੇ ਵਿੱਚ ਭਰਨਾ ਪਏਗਾ, ਉਹ ਗੁਣ ਭਰਨੇ ਪੈਣਗੇ, ਉਹ ਭਗਤੀ ਕਰਨੀ ਪਏਗੀ। ਅਗਰ ਅਸੀਂ ਉਸ ਪਰਮਾਤਮਾ ਦੇ ਵਡਿਆਈਆਂ ਨੂੰ, ਉੱਚੇਪਨ ਨੂੰ ਦੇਖਣਾ ਹੈ ਤਾਂ ਸਾਨੂੰ ਉੱਡਾ ਉੱਚਾ ਹੋਣਾ ਪਏਗਾ। ਤਿਸ ਉੱਚੇ ਕੋ ਜਾਣੇ ਸੋਏ, ਤਾਂ ਕੀ ਹੋਏਗਾ? ਤਾਂ ਅਸੀਂ ਏਡੇ ਵੱਡੇ ਉੱਚੇ ਨੂੰ, ਤਿਸ ਉੱਚੇ ਕੋ, ਉਸ ਪਰਮਾਤਮਾ ਉੱਚੇ ਨੂੰ ਜਾਣੇ ਸੋਏ। ਉਹ ਸੋਏ ਮਤਲਬ ਉਹ ਬੰਦਾ ਜਾਣ ਸਕਦਾ ਹੈ ਜਿਹੜਾ ਉਸ ਪਰਮਾਤਮਾ ਦੇ ਗੁਣ ਗਾਏਗਾ, ਏਵੜ ਉੱਚਾ ਹੋਏਗਾ। ਉਸ ਪਰਮਾਤਮਾ ਨੂੰ, ਉਸ ਮਨੁੱਖ ਨੂੰ ਉਸ ਪਰਮਾਤਮਾ ਦੇ ਗੁਣ ਪਤਾ ਲੱਗਣਗੇ। ਹਾਂ, ਅੱਗੇ ਪਹਿਲਾਂ ਏਵੜ ਆਇਆ ਸੀ, ਹੁਣ ਜੇਵੜ ਆਇਆ ਹੈ। ਜੇਵੜ ਆਪ, ਜੇਵੜ ਪਰਮਾਤਮਾ ਦੇ ਵਾਸਤੇ ਆਇਆ ਹੈ, ਜਿੱਡਾ ਵੱਡਾ ਉਹ ਆਪ ਹੈ। ਜਾਣੇ ਆਪ ਆਪ, ਕੋਈ ਨਹੀਂ ਜਾਣ ਸਕਦਾ। ਕੌਣ ਜਾਣੇਗਾ? ਨਾਨਕ ਨਦਰੀ ਕਰਮੀ ਦਾਤ, ਜਿਹਦੇ ਵਿੱਚ ਉਹ ਪ੍ਰਮਾਤਮਾ ਆਪ ਬਖਸ਼ਿਸ਼ ਕਰਕੇ ਨਦਰ ਕਰੇਗਾ, ਕਰਮ ਕਰੇਗਾ, ਉਹਦੇ ਤੇ ਨਦਰ ਕਰੇਗਾ, ਬਖਸ਼ਿਸ਼ ਕਰੇਗਾ, ਉਹੀ ਜਾਣ ਸਕਦਾ ਹੈ। ਕਿਉਂਕਿ ਪਾਤਸ਼ਾਹ ਬਾਣੀ ਚ ਕਹਿੰਦੇ ਨੇ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ। ਜਿਹਨੂੰ ਤੂੰ ਜਣਾਉਂਦਾ ਹੈ ਉਹੀ ਜਾਣ ਸਕਦਾ ਹੈ। ਜਿਹਦੇ ਤੂੰ ਬਖਸ਼ਿਸ਼ ਕਰਦਾ ਹੈ ਉਹੀ ਜਾਣ ਸਕਦਾ ਹੈ, ਦੂਸਰਾ ਹੋਰ ਨਹੀਂ ਜਾਣ ਸਕਦਾ। ਆਪਣੀ ਮਿਹਨਤ ਕਰਕੇ ਆਪਨ ਲੀਆ ਜੇ ਮਿਲੈ ਤਾਂ ਸਭ ਕੋ ਪਾਕਟ ਹੋਏ। ਪਹਿਲਾਂ ਇਹ ਵਿਚਾਰ ਹੋਈ ਸੀ ਕਿ ਜੇ ਬੰਦੇ ਨੂੰ ਆਪਣੇ ਕੀਤਿਆਂ ਹੋਇਆ ਕੁਝ ਮਿਲਦਾ ਹੁੰਦਾ ਤਾਂ ਸਾਰਿਆਂ ਨੇ ਭਾਕਟ ਬਣ ਜਾਣਾ ਸੀ। ਭਾਕਟ ਮਤਲਬ ਭਾਗਾਂ ਵਾਲੇ ਬਣ ਜਾਣਾ ਸੀ। ਇਸ ਕਰਕੇ ਜਿਸ ਨੂੰ ਪਰਮਾਤਮਾ ਬਖਸ਼ਿਸ਼ ਕਰਦਾ ਹੈ, ਜਿਹਦੇ ਤੇ ਬਖਸ਼ਿਸ਼ ਕਰਦਾ ਹੈ, ਜਿਹਨੂੰ ਐਡਾ ਵੱਡਾ ਉੱਚਾ ਕਰਦਾ ਹੈ, ਉਹਨੂੰ ਹੀ ਆਪਣਾ ਆਪ ਦੱਸਦਾ ਹੈ। ਪਰ ਪਾਤਸ਼ਾਹ ਬਾਣੀ ਚ ਕਹਿੰਦੇ ਹੋਏ ਕਹਿੰਦੇ ਹਨ ਕਿ ਜਦੋਂ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਪਰਮਾਤਮਾ ਕਿੱਡਾ ਵੱਡਾ ਹੈ, ਤੇ ਜਿਵੇਂ ਗੂੰਗਾ ਮਠਿਆਈ ਖਾ ਕੇ ਨਹੀਂ ਦੱਸ ਸਕਦਾ ਕਿ ਮਠਿਆਈ ਕਿੱਡੀ ਮਿੱਠੀ ਹੈ, ਸਿਰਫ ਆਪਣੇ ਹਾਵ ਭਾਵ ਨਾਲ ਦੱਸੇਗਾ ਹਾਂ ਬਹੁਤ ਮਿੱਠੀ ਹੈ। ਉਹ ਜਿਹੜਾ ਪਰਮਾਤਮਾ ਨੂੰ, ਜਿਹਨੂੰ ਪਰਮਾਤਮਾ ਦਾ ਪਤਾ ਲੱਗ ਜਾਂਦਾ ਹੈ, ਜਿਹੜਾ ਭੇਤ ਪਾ ਲੈਂਦਾ ਹੈ, ਬਸ ਉਹ ਸਿਰਫ ਖੁਸ਼ ਹੋ ਕੇ ਹੀ, ਆਨੰਦ ਵਿੱਚ ਆ ਕੇ ਹੀ ਦੱਸ ਸਕਦਾ ਹੈ ਕਿ ਪਰਮਾਤਮਾ ਐਡਾ ਵੱਡਾ ਹੈ। ਜਾਂ ਸਿਰਫ ਐਕਸਪ੍ਰੈਸ ਕਰ ਸਕਦਾ ਹੈ, ਐਕਸਪ੍ਰੈਸ ਵੀ ਨਹੀਂ ਕਰ ਸਕਦਾ, ਸਿਰਫ ਆਨੰਦ ਲੈ ਸਕਦਾ ਹੈ। ਇੰਨੀਆਂ ਬੇਨਤੀਆਂ ਪ੍ਰਮਾਨ, ਬੋਲਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣੀਆਂ। ਆਪ ਸੰਗਤ ਬਖਸ਼ਣਯੋਗ ਹੋ, ਬਖਸ਼ਿਸ਼ ਕਰਕੇ ਬਖਸ਼ ਦੇਣਾ। ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਉਰਵਿੰਦਰ ਸਿੰਘ ਜੀ, ਲੜੀਵਾਰ ਜਪਜੀ ਸਾਹਿਬ ਦੀ ਵਿਚਾਰ ਨਾਲ ਸਾਨੂੰ ਜੋੜ ਰਹੇ ਹਨ। ਬੇਅੰਤ ਬਖਸ਼ਿਸ਼ਾਂ ਨੇ, ਹਰ ਵਾਰੀ ਨਵੀਂ ਗੱਲ ਪਤਾ ਲੱਗਦੀ ਹੈ ਬਾਣੀ ਦੀ, ਨਵੇਂ ਰਸ, ਨਵਾਂ ਰੂਪ ਆਉਂਦਾ ਹੈ ਜਿਵੇਂ ਜਿਵੇਂ ਪਾਤਸ਼ਾਹ ਬਖਸ਼ਿਸ਼ ਕਰਦਾ ਹੈ। ਮੈਂ ਜ਼ਿਆਦਾ ਸਮਾਂ ਨਾ ਲਵਾਂ, ਅੱਜ ਸਾਡੇ ਨਾਲ ਦਿੱਲੀ ਤੋਂ ਵੀਰ ਜਗਪ੍ਰੀਤ ਸਿੰਘ ਜੀ ਜੁੜੇ ਹਨ। ਵੀਰ ਜਗਪ੍ਰੀਤ ਸਿੰਘ ਜੀ, ਆਪ ਜੀ ਦਾ ਸਵਾਗਤ ਹੈ ਵੀਰ ਜੀ। ਅੱਜ ਵੀਰ ਜੀ ਸਾਡੇ ਨਾਲ ਵਿਚਾਰ ਸਾਂਝੇ ਕਰਨਗੇ ਮਨ ਬਾਰੇ। ਸਾਡਾ ਮਨ ਕੀ ਹੈ, ਮਨ ਕੀ ਕਰਦਾ ਹੈ, ਇਸ ਮਨ ਨੂੰ ਕਿਵੇਂ ਖੋਜੀਏ। ਸੋ ਮੈਂ ਬੇਨਤੀ ਕਰਾਂਗਾ ਵੀਰ ਜਗਪ੍ਰੀਤ ਸਿੰਘ ਜੀ, ਸੁਖਮਣੀ ਸੇਵਾ ਸੁਸਾਇਟੀ ਦਿੱਲੀ ਦੇ ਵਿੱਚ ਬੜੀ ਅੱਛੀ ਕਾਰਜਸ਼ੀਲ ਹੈਗੀ ਹੈ, ਉਹਦੇ ਨਾਲ ਵੀਰ ਜੀ ਬਹੁਤ ਸੇਵਾਵਾਂ ਨਿਭਾਉਂਦੇ ਹਨ। ਤੇ ਮੈਂ ਬੇਨਤੀ ਕਰਾਂਗਾ ਵੀਰ ਜੀ ਅੱਜ ਵਿਚਾਰ ਸਾਡੇ ਨਾਲ ਸਾਂਝੇ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੈ, ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੈ। ਸਾਡੇ ਸਭ ਦੇ ਬੜੇ ਵੱਡੇ ਭਾਗ ਹਨ ਜੋ ਸਾਨੂੰ ਧੰਨ ਗੁਰੂ ਨਾਨਕ ਦੇਵ ਜੀ ਨੇ
ਸੱਚੀ ਸੁੱਚੀ ਭਗਤੀ ਦੀ ਪ੍ਰੇਰਣਾ ਦਿੱਤੀ ਹੈ। ਕੋਈ ਕਰਮ ਕਾਂਡ ਨਹੀਂ, ਕੋਈ ਅੰਧ ਵਿਸ਼ਵਾਸ ਨਹੀਂ। ਅੰਦਰ ਜੁੜਨਾ ਹੈ ਤੇ ਸਭ ਕੁਝ ਪਾ ਲੈਣਾ ਹੈ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਸਭ ਕੁਝ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਪੁਲਾਹੀ, ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਰ ਸੁਹੇਲਾ ਜੀਓ। ਅੱਜ ਕੱਲ ਅਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਬੰਦ ਹਾਂ, ਲੋਕਡਾਊਨ ਹੈ। ਗੁਰੂ ਸਾਹਿਬ ਨੇ ਵੀ ਲੋਕਡਾਊਨ ਦੀ ਪ੍ਰੇਰਣਾ ਦਿੱਤੀ ਹੈ। ਸਭ ਕੁਝ ਘਰ ਮੈਂ ਬਾਹਰ ਨਾਹੀ, ਅੰਦਰ ਦੇ ਘਰ ਦੀ ਗੱਲ ਕੀਤੀ ਹੈ, ਮਨ ਦੀ ਗੱਲ ਕੀਤੀ ਹੈ ਕਿ ਸਾਰੀਆਂ ਬਖਸ਼ਿਸ਼ਾਂ ਮਨ ਦੇ ਅੰਦਰ ਹਨ, ਸਾਰੇ ਅਵਗੁਣ ਵੀ ਮਨ ਦੇ ਅੰਦਰ ਹਨ। ਇਸੇ ਮਨ ਨੂੰ ਅਸੀਂ ਬਦਲਣਾ ਹੈ। ਜਿੰਨੀ ਵੀ ਬਖਸ਼ਿਸ਼ ਹੈ ਉਹ ਮਨ ਦੇ ਅੰਦਰ ਹੀ ਛੁਪੀ ਹੈ। ਸਾਰੀ ਭਗਤੀ ਦਾ ਤੱਤ ਗਿਆਨ ਕੀ ਹੈ? ਪ੍ਰੈਕਟੀਕਲ ਸਾਨੂੰ ਦਿੱਤਾ ਹੈ ਗੁਰੂ ਸਾਹਿਬ ਨੇ ਕਰਨ ਲਈ। ਥਿਓਰੀਟੀਕਲ ਤਾਂ ਅਸੀਂ ਬਹੁਤ ਪੜ੍ਹਦੇ ਹਾਂ, ਪੜ੍ਹਨਾ ਮੁਬਾਰਕ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨਉ ਨਿਧ ਪਾਈ। ਭਾਵ ਅਸਲ ਜੋ ਖੋਜ ਹੈ ਉਹ ਮਨ ਦੀ ਖੋਜ ਹੈ। ਮਨ ਦੀ ਖੋਜ ਕਰਦੇ ਕਰਦੇ ਹੀ ਸਾਰੀਆਂ ਬਖਸ਼ਿਸ਼ਾਂ ਸਾਨੂੰ ਮਿਲਦੀਆਂ ਹਨ। ਇਹ ਮਨ ਹੀ ਸ਼ਾਂਤ ਹੋ ਜਾਂਦਾ ਹੈ, ਇਹ ਮਨ ਪਰਮ ਜੋਤ ਦੇ ਵਿੱਚ ਲੀਨ ਹੋ ਜਾਂਦਾ ਹੈ। ਇਹ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਸਾਰੀ ਭਗਤੀ ਦਾ ਪ੍ਰੈਕਟੀਕਲ ਹੈ। ਅਸੀਂ ਥਿਓਰੀਟੀਕਲ ਕਰਦੇ ਹਾਂ, ਪਰ ਸਾਰੀ ਭਗਤੀ ਦਾ ਜੋ ਪ੍ਰੈਕਟੀਕਲ ਹੈ ਉਹ ਇਹੋ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਬਾਣੀ ਪੜ੍ਹਦੇ ਹਾਂ ਪਰ ਅੰਦਰ ਖੋਜ ਨਹੀਂ ਕਰਦੇ। ਬਾਹਰਮੁਖੀ ਭਗਤੀ ਮੁਬਾਰਕ ਹੈ। ਬਾਹਰਮੁਖੀ ਭਗਤੀ ਇਸ ਲਈ ਹੁੰਦੀ ਹੈ ਕਿ ਬਾਹਰੋਂ ਪ੍ਰੇਰਣਾ ਮਿਲੇ ਤੇ ਅੰਦਰ ਦੀ ਭਗਤੀ ਸ਼ੁਰੂ ਹੋ ਜਾਏ। ਗੁਰੂ ਸਾਹਿਬ ਸਾਨੂੰ ਟਿਕਣ ਲਈ ਕਹਿੰਦੇ ਹਨ, ਘਰ ਦੇ ਵਿੱਚ ਟਿਕਣ ਲਈ, ਮਨ ਰੂਪੀ ਘਰ ਦੇ ਵਿੱਚ, ਇਹ ਅੰਦਰ ਵਾਲੇ ਘਰ ਦੇ ਵਿੱਚ। ਥਿਰ ਕਰ ਬੈਸੋ ਅਰਜਨ ਪਿਆਰੇ, ਸਤਿਗੁਰੂ ਤੁਮਰੇ ਕਾਜ ਸੁਵਾਰੇ। ਸਤਿਗੁਰੂ ਕਾ ਸਚ ਸ਼ਬਦ ਕਮਾਵੋ, ਥਿਰ ਕਰ ਬੈਠੇ ਪ੍ਰਭ ਆਪਣਾ ਪਾਵੋ। ਥਿਰ ਘਰ ਭਾਵ ਆਪਣੇ ਘਰ ਦੇ ਵਿੱਚ, ਇਹ ਇੱਟਾ ਪੱਥਰ ਵਾਲੇ ਘਰ ਦੇ ਵਿੱਚ ਬਹਿਣਾ ਹੈ ਤੇ ਅੰਦਰ ਵਾਲੇ ਘਰ ਤੋਂ ਸਾਰੀਆਂ ਬਖਸ਼ਿਸ਼ਾਂ ਲੈਣੀਆਂ ਹਨ। ਅੰਦਰ ਵਾਲਾ ਮਨ ਦਾ ਜੋ ਘਰ ਹੈ ਉੱਥੋਂ। ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਭਗਤੀ ਹੈ ਉਹ ਸਾਨੂੰ ਅੰਦਰ ਨਾਲ ਜੋੜਦੀ ਹੈ, ਆਤਮ ਨਾਲ ਜੋੜਦੀ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ, ਗੁਰ ਕਾ ਸ਼ਬਦ ਰਤਨ ਹੈ। ਜਿਹੜੀ ਬਾਣੀ ਅਸੀਂ ਪੜ੍ਹਦੇ ਹਾਂ ਉਹ ਸਾਨੂੰ ਗਿਆਨ ਦਿੰਦੀ ਹੈ, ਰਤਨ ਹੈ, ਉਹ ਮੋਤੀ ਹਨ। ਸਭ ਤੋਂ ਕੀਮਤੀ ਸਾਨੂੰ ਬਖਸ਼ਿਸ਼ ਦਿੰਦੀ ਹੈ। ਸਭ ਤੋਂ ਕੀਮਤੀ ਬਖਸ਼ਿਸ਼ ਕੀ ਹੈ? ਆਪਣੇ ਆਤਮ ਦਾ ਮਿਲ ਜਾਣਾ। ਦੁਨਿਆਵੀ ਪਦਾਰਥ ਤੇ ਮਿਲ ਜਾਂਦੇ ਹਨ, ਪਰ ਜੋ ਅੰਦਰ ਦੀ ਬਖਸ਼ਿਸ਼ ਹੈ ਉਹ ਕਿਸੇ ਵਿਰਲੇ ਨੂੰ ਹੀ ਮਿਲਦੀ ਹੈ। ਗੁਰ ਕਾ ਸ਼ਬਦ ਰਤਨ ਹੈ, ਕਰ ਚਾਨਣ ਆਪ ਦਿਖਾਇਆ। ਗਿਆਨ ਕੀ ਕਰਦਾ ਹੈ? ਚਾਨਣ ਕਰਦਾ ਹੈ। ਕਰ ਚਾਨਣ ਆਪ ਦਿਖਾਇਆ, ਆਪਣਾ ਆਪ ਪਛਾਣਿਆ, ਗੁਰਮਤੀ ਸੱਚ ਸਮਾਇਆ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਜੋ ਲੋਕਡਾਊਨ ਦੀ ਅੱਜ ਗੱਲ ਚੱਲ ਰਹੀ ਹੈ, ਮਨ ਨੂੰ ਸਮਝਾਣਾ ਕੀਤਾ ਹੈ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਗੁਰੂ ਰੂਪ ਸਾਧ ਸੰਗਤ ਜੀਓ, ਸਾਡੇ ਸਭ ਦਾ ਸਰੀਰਕ ਜਨਮ ਤੇ ਹੋ ਗਿਆ ਹੈ। ਹੁਣ ਇੱਕ ਜਨਮ ਹੋਰ ਹੈ ਜੋ ਅਸੀਂ ਆਪ ਆਪਣੇ ਅੰਦਰੋਂ ਕਰਨਾ ਹੈ। ਉਹ ਕਿਹੜਾ ਜਨਮ ਹੈ? ਉਹ ਸਾਡਾ ਆਪਣਾ ਆਤਮਿਕ ਜਨਮ ਹੈ, ਔਰ ਅਸੀਂ ਆਪ ਹੀ ਆਪਣੇ ਅੰਦਰੋਂ ਕਰਨਾ ਹੈ। ਆਪਨ ਹੱਥੀ ਆਪਣਾ ਆਪੇ ਹੀ ਕਾਜ ਸੁਵਾਰੀ ਹੈ। ਅੰਦਰੋਂ ਦੀ ਜੋ ਬਖਸ਼ਿਸ਼ਾਂ ਹਨ ਉਹ ਪ੍ਰਗਟ ਹੁੰਦੀਆਂ ਹਨ, ਕਿਉਂਕਿ ਅਸੀਂ ਭਰਮਾਂ ਦੇ ਵਿੱਚ ਜੀ ਰਹੇ ਹਾਂ। ਸਭ ਤੋਂ ਵੱਡਾ ਭਰਮ ਕੀ ਹੈ? ਅਸੀਂ ਸੋਚਦੇ ਹਾਂ ਅਸੀਂ ਵੱਖ ਹਾਂ ਤੇ ਪ੍ਰਮਾਤਮਾ ਸਾਡੇ ਤੋਂ ਵੱਖ ਹੈ। ਜਿੰਨੇ ਵੀ ਭਰਮ ਹਨ ਉਹਨਾਂ ਭਰਮਾਂ ਦਾ ਮੂਲ ਕਾਰਨ ਇਹੋ ਭਰਮ ਹੈ ਕਿ ਅਸੀਂ ਪ੍ਰਮਾਤਮਾ ਨੂੰ ਆਪਣੇ ਤੋਂ ਵੱਖ ਸਮਝਦੇ ਹਾਂ। ਜੋ ਠਾਕੁਰ ਸਦਾ ਹਜੂਰੇ, ਤਾਕੋ ਅੰਧਾ ਜਾਣਤ ਦੂਰੇ, ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਅਸੀਂ ਮੂਰਖ ਹਾਂ, ਅਸੀਂ ਪ੍ਰਮਾਤਮਾ ਨੂੰ ਆਪਣੇ ਤੋਂ ਵੱਖ ਸਮਝਦੇ ਹਾਂ। ਹੁਣ ਪ੍ਰਮਾਤਮਾ ਕੀ ਹੈ? ਸਭ ਤੋਂ ਵੱਡੀ ਗੱਲ, ਪ੍ਰਮਾਤਮਾ ਕੀ ਹੈ?
परमात्मा एक ऐसी बख्शिश है जो सानू जीवन दिंदी है, जो जिसनों असी कदी नहीं गवाया, किसी भी जन्म विच नहीं गवाया, इस जन्म विच भी नहीं गवाया। तुरतू साडे नाल वो बख्शिश है। वो गल वख है कि उस बख्शिश नूं असी एहसास नहीं किया, उस बख्शिश नूं असी अनुभव नहीं किया। असी कदी विछड़े नहीं है परमात्मा तो। अगर असी विछड़े होइए तो साडा ये शरीर चल ही नहीं सकता। सब तो वड्डा भरम इहो है कि जो ठाकुर सत सदा हजूरे ताको अंधा जानत दूरे। सारी बाणी सानू इहो समझाती है कि परमात्मा साडे नाल है, कदे भी साडे तो वख नहीं है। गुरु मेरे संग सदा है नाले। और सिमरन करके एक खेड प्रगट होती है। सिमरन करके की बख्शिश होती है? ये जो बाहरमुखी यात्रा है यह अंतरमुखी होनी शुरू होती है। सिमरन करते करते जो असी वाहिगुरु जी बोलते हाँ, तो वाहिगुरु जी एक नाम है जो असी दिता है। परमात्मा का कोई नाम नहीं है। असी कहते हैं असी नाम लेना है। नाम की है? नाम परमात्मा की होंद नूं अनुभव करना है। साडे अंदर परमात्मा की होंद है, बाहर परमात्मा की होंद है। बाहर भीतर एको जानो ए गुर ज्ञान बताई, जन नानक बिन आपा चीनै, मिटै ना भरम की काई। जिन्ने भरम हन वो तां ही हन कि असी परमात्मा नूं अपने तो वख समझते हैं। ते सिमरन करते करते एक खेड अंदर वल चलती है। जो असी अंदर जाते हाँ ते अंदर बख्शिश की होती है? असी शांत हाँ, शांत होंदे जाते हाँ। एक अवस्था है साडे अंदर छुपी है, परम अवस्था। एक जीवन है जो परम जीवन है साडे अंदर छुपिया है। एक जीवन है आम जीवन जो असी जी रहे। हुण यात्रा शुरू होती है तो यह यात्रा चलती है परम जीवन वाल। परम जीवन अपने अंदरों प्रगट होना है, बाहरों नहीं आना, अपने अंदर चलना है। सारी खेड अंदर छुपी है। अंतर राम राय प्रगटे आए, गुर पूरै दियो रंग लाए। गुरु का ज्ञान, गुरु की बख्शिश सानू अपने अंदरों अपने आत्म नूं प्रगट करनी, अपना आप पछाणन लई है। मन तू जोत स्वरूप है, अपना मूल पछाण। अपना मूल पछाणा का की होंदा है? मन हरजी तेरे नाल है, गुरुमती रंगमान। मूल पछाणै तां सो जानै। या ये प्रैक्टिकल करेगा ये बंदे, ये गुरु सिख, ये भक्ति करन वाले, अगर तू प्रैक्टिकल करेगा तो परमात्मा तेरे तू वख नहीं है। मन तू जोत स्वरूप है, अपना मूल पछाण। मूल की है? सुन समाद अनत है नाद, कहन न जाई अचरज बिस्माद। खाली पढ़न लई नहीं है पंक्ति। ਅਸੀਂ रोज सुखमनी साहब जी अंदर पढ़ते हाँ पंक्ति। ये पंक्ति ਨੂੰ ਅਸੀਂ कमाना है, अपने अंदर सुन समाद तक की अवस्था तक ਅਸੀਂ पहुंचना है। उस अवस्था दे विच ही सानू समझ आती है कि मन का मूल की है, कि मन जोत स्वरूप किस तरह है। इन्नियां बख्शिशां साडे अंदर हन। कहन न जाई अचरज बिस्माद। वो बिस्मादी अवस्था साडे सब दे अंदर छुपी है। पर असी की करते हैं? असी बाहरमुखी भगती करते हाँ ते बाहरमुखी भगती करके बाहर ही रह जाते हैं। असी वाहिगुरु का सिमरन करते हाँ, वाहिगुरु जी कहना है, वाहिगुरु जी कह के अपनी परम अवस्था नूं अपने अंदरों प्रगट करना है। वाहिगुरु 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 कह के इन्ना शांत होना है। अपने आप नूं शांत करन दी प्रक्रिया है वाहिगुरु का सिमरन। शांत होंदे होंदे असी ऐसे परम शांत होंदे हाँ कि सहजे ही मुंह निकलता है, माई मैं तन पायो अरनाम, मन मेरो धावन ते छूटियो, कर बैठो विश्राम। ये विश्राम की अवस्था साडे सब दे अंदर छुपी है। मन का विश्राम इस टाइम बड़ी वड्डी एक गोल्डन अपॉर्चुनिटी है साडे सब लई कि असी घरां विच बैठे हाँ, लॉकडाउन है, शरीर बाहर नहीं जा सकता। जिहड़ा शरीर नहीं टिकदा उसका मन किवें टिक सकता है? इस टाइम उन्हां लई बड़ा सुभागा समा है जिन्हां ने अपने आत्म नाल जुड़ना है, जिन्हां नूं शौक है अपने अंदरों अपना आत्मक जन्म करन दा। अपनी मां असी आप बनना। एक मां ते साडी जिन्हें सानू शरीरिक जन्म दिता है, दूजी मां असी अपने अंदर आप बनना है, अपने अंदरों आत्मक जन्म देना है। ये सारा काम असी आप अपने अंदर कर सकते हैं। उस लई सानू मन का जो साडी सोच का भगती का केंद्र है वो मन बनाना पेगा। ते मन की जो असी खोज करते हाँ ते मन की खोज करते 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 मन के फुरने शांत हो जाते हैं। जो मन के फुरने शांत हो जाते हैं
ਮਨ ਵਿਸਰਾਮ ਦੀ ਅਵਸਥਾ ਵਿੱਚ ਜਾਂਦਾ ਹੈ ਤੇ ਉੱਥੇ ਉਸ ਨੂੰ ਆਪਣੇ ਮੂਲ ਦਾ ਅਨੁਭਵ ਹੁੰਦਾ ਹੈ। ਤੇ ਜੋ ਮੂਲ ਦਾ ਅਨੁਭਵ ਹੈ ਉਹ ਪ੍ਰਮਾਤਮਾ ਦਾ ਅਨੁਭਵ ਹੈ। ਪ੍ਰਮਾਤਮਾ ਸਾਨੂੰ ਆਪਣੇ ਅੰਦਰ ਹੀ ਅਨੁਭਵ ਹੁੰਦਾ ਹੈ। ਇਹ ਅਨੁਭਵ ਦੀ ਖੇਡ ਹੈ ਸਾਰੀ। ਅਸੀਂ ਥਿਓਰੀਟੀਕਲ ਪੜ੍ਹਦੇ ਹਾਂ, ਗੁਰਬਾਣੀ ਪੜ੍ਹਨੀ ਹੈ, ਮੁਬਾਰਕ ਹੈ, ਪੜ੍ਹਦੇ ਪੜ੍ਹਦੇ ਹੀ ਇਹ ਸਾਰੀ ਸਮਝ ਸਾਨੂੰ ਮਿਲਦੀ ਹੈ। ਪੜ੍ਹਦੇ ਪੜ੍ਹਦੇ ਹੀ ਸਮਝ ਆਉਂਦੀ ਹੈ ਅਸੀਂ ਪ੍ਰੈਕਟੀਕਲ ਕੀ ਕਰਨਾ ਹੈ। ਪ੍ਰੈਕਟੀਕਲ ਕਰਦੇ ਕਰਦੇ ਹੀ ਅਸੀਂ ਉਸ ਪਰਮਾਤਮਾ ਨੂੰ ਜੋ ਸਦਾ ਸਾਡੇ ਅੰਗ ਸੰਗ ਹੈ ਪਰ ਅਸੀਂ ਭੁੱਲ ਗਏ ਸੀ, ਸਾਨੂੰ ਜਾਚ ਨਹੀਂ ਆਈ। ਸਾਰੀ ਬਾਣੀ ਸਾਨੂੰ ਮਾਰਗਦਰਸ਼ਨ ਕਰਦੀ ਹੈ, ਸਾਨੂੰ ਸੁਮਤ ਦਿੰਦੀ ਹੈ। ਉਸ ਪਰਮਾਤਮਾ ਦਾ ਅਨੁਭਵ ਸਾਨੂੰ ਆਪਣੇ ਅੰਦਰੋਂ ਪ੍ਰਗਟ ਕਰਨ ਲਈ ਪ੍ਰੇਰਨਾ ਕਰਦੀ ਹੈ। ਸਾਰੀ ਬਾਣੀ ਦਾ ਜੋ ਮਨੋਰਥ ਹੈ ਸਾਨੂੰ ਅੰਤਰਮੁਖੀ ਜੀਵਨ ਦੇਣਾ ਹੈ। ਅੰਦਰੋਂ ਜੋ ਆਤਮ ਹੈ ਉਸ ਨੂੰ ਪ੍ਰਗਟ ਕਰਨਾ ਹੈ। ਇਸ ਕਨਸੈਪਟ ਨੂੰ ਅਸੀਂ ਜਦੋਂ ਸਮਝ ਆਉਂਦੇ ਹਾਂ ਸਾਨੂੰ ਕੀ ਫਿਰ ਬਖਸ਼ਿਸ਼ ਹੁੰਦੀ ਹੈ। ਹੁਣ ਅਸੀਂ ਮਿਹਨਤ ਜ਼ਿਆਦਾ ਕਰਦੇ ਹਾਂ, ਬਹੁਤ ਪੜ੍ਹਦੇ ਹਾਂ, ਪੜ੍ਹਨਾ ਹੈ, ਮੁਬਾਰਕ ਹੈ। ਜਦ ਤੱਕ ਨਹੀਂ ਸਮਝ ਆਉਂਦੀ ਪੜ੍ਹਨਾ ਹੈ, ਪੜ੍ਹਨਾ ਬਹੁਤ ਮੁਬਾਰਕ ਹੈ। ਪਰ ਗੁਰੂ ਸਾਹਿਬ ਕਹਿੰਦੇ ਹਨ ਨਾਨਕ ਲੇਖੈ ਇੱਕ ਗੱਲ ਹੋਰ ਓਮੈ ਚਖਣਾ ਚਾਰ, ਪੜ੍ਹੀਆ ਜੇਤੇ ਬਰਸ ਪਰਸ, ਪੜ੍ਹੀਆ ਜੇਤੇ ਮਾਸ, ਪੜ੍ਹੀਆ ਜੇਤੀ ਆਰਜਾ, ਪੜ੍ਹੀਆ ਜੇਤੇ ਸਾਸ, ਨਾਨਕ ਲੇਖੈ ਇੱਕ ਗੱਲ ਹੋਰ ਹੋਮੈ ਚਖਣਾ ਚਾਰ। ਇੱਕ ਗੱਲ ਕਿਹੜੀ ਹੈ ਕਿ ਅਸੀਂ ਆਪਣੇ ਆਤਮ ਗਿਆਨ ਨੂੰ ਪਾਣਾ ਹੈ। ਇਹ ਸਾਰਾ ਗਿਆਨ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਹੈ ਇਹ ਸਾਨੂੰ ਆਪਣੇ ਆਤਮ ਗਿਆਨ ਤੱਕ ਪਹੁੰਚਣ ਲਈ ਪ੍ਰੇਰਿਤ ਕਰਦਾ ਹੈ। ਸਾਨੂੰ ਸਾਰੀ ਪ੍ਰੇਰਨਾ ਮਿਲਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੋਂ। ਆਪਣੇ ਖਾਲੀ ਪੜ੍ਹਨਾ ਮਨੋਰਥ ਨਹੀਂ ਹੈ, ਪੜ੍ਹਨਾ ਹੈ, ਮੁਬਾਰਕ ਹੈ, ਪਰ ਖਾਲੀ ਪੜ੍ਹਨਾ ਮਨੋਰਥ ਨਹੀਂ ਹੋ ਸਕਦਾ। ਪੜ੍ਹ ਕੇ ਆਪਣੀ ਅਵਸਥਾ ਨੂੰ ਬਦਲਣਾ ਹੈ, ਪੜ੍ਹ ਕੇ ਆਪਣੇ ਅੰਦਰ ਆਪਣੇ ਆਤਮ ਗਿਆਨ ਨੂੰ ਤੱਕ ਪਹੁੰਚਣਾ ਹੈ। ਉਸ ਆਤਮ ਗਿਆਨ ਸਦਕੇ ਅਸੀਂ ਆਪਣੇ ਜੋ ਇਹ ਸੰਸਾਰ ਵਿੱਚ ਦੁੱਖ ਦੀ ਖੇਡ ਚੱਲਦੀ ਹੈ, ਦੁੱਖ ਵਿੱਚ ਜੰਮਣ, ਦੁੱਖ ਮਰਨ, ਦੁੱਖ ਵਰਤਨ ਸੰਸਾਰ, ਇਹ ਸਾਰਾ ਜੋ ਦੁੱਖ ਦਾ ਪਸਾਰਾ ਹੈ ਸੰਸਾਰ, ਇਸ ਦੇ ਵਿੱਚ ਰਹਿੰਦੇ ਹੋਏ ਸੱਚੇ ਸੁਖ ਦੀ ਅਨੁਭੂਤੀ ਹੁੰਦੀ ਹੈ, ਸੱਚੇ ਸੁਖ ਦਾ ਅਨੁਭਵ ਹੁੰਦਾ ਹੈ। ਅਬਿਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਉਸ ਨਾਰਾਇਣ ਨੂੰ ਅਸੀਂ ਆਪਣੇ ਅੰਦਰੋਂ ਭਾਵ ਸੱਚੇ ਸੁਖ ਨੂੰ, ਆਪਣੀ ਪਰਮ ਸੁਖ ਨੂੰ ਅਸੀਂ ਆਪਣੇ ਅੰਦਰੋਂ ਹੀ ਪ੍ਰਗਟ ਕਰਦੇ ਹਾਂ। ਵਾਹਿਗੁਰੂ ਜੀ ਸਾਡੇ ਸਭ ਤੇ ਮਿਹਰ ਕਰਨ ਜੋ ਸਾਨੂੰ ਇਹ ਸੁਭਾਗਾ ਸਮਾਂ ਮਿਲਿਆ ਹੈ, ਅਸੀਂ ਇਸ ਨੂੰ ਸਫਲ ਕਰ ਲਈਏ। ਆਪਣੇ ਆਤਮ ਕਲਿਆਣਤਾ ਲਈ ਅਸੀਂ ਜਿੰਦੇ ਜੀ ਇਹ ਕਾਰਜ ਕਰੀਏ, ਕਿਉਂਕਿ ਅਸੀਂ ਸਾਰੇ ਭਰਨ ਪੋਖਣ ਸੰਗ ਔਦ ਬਿਹਾਨੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਜਦੋਂ ਇੱਕ ਕੰਮ ਚੱਲਦੇ ਹਨ ਸਾਡੇ ਕੋਲ ਸਮਾਂ ਨਹੀਂ ਹੁੰਦਾ ਆਪਣੇ ਆਤਮ ਤੱਕ ਪਹੁੰਚਣ ਦਾ, ਆਪਣੇ ਅੰਦਰ ਜੁੜਨ ਦਾ, ਅੰਤਰਮੁਖੀ ਹੋਣ ਦਾ। ਤੇ ਹੁਣ ਇਹ ਪ੍ਰਮਾਤਮਾ ਵੱਲੋਂ ਹੀ ਮੈਂ ਤਾਂ ਕਹਾਂਗਾ ਬਖਸ਼ਿਸ਼ ਹੋਈ ਹੈ ਕਿ ਅਸੀਂ ਸਾਰੀ ਜ਼ਿੰਦਗੀ ਕਮਾਈਆਂ ਕੀਤੀਆਂ ਹਨ, ਕਰਨੀਆਂ ਹਨ, ਪਰ ਆਤਮ ਨਾਲ ਜੁੜਨ ਦਾ ਇਹ ਸੁਭਾਗਾ ਸਮਾਂ ਮਿਲਿਆ ਹੈ। ਤੇ ਆਪਣੇ ਆਤਮ ਨਾਲ ਜੁੜੀਏ। ਗੁਰੂ ਕਾ ਸ਼ਬਦ ਰਤਨ ਹੈ, ਕਰ ਚਾਨਣ ਆਪ ਦਿਖਾਇਆ, ਆਪਣਾ ਆਪ ਪਛਾਣਿਆ, ਗੁਰਮਤੀ ਸੱਚ ਸਮਾਇਆ। ਤੇ ਜੀਂਦੇ ਜੀ ਸੱਚ ਵਿੱਚ ਸਮਾ ਜਾਈਏ। ਅਸੀਂ ਭਗਤੀ ਕਰਨ ਦਾ ਕਨਸੈਪਟ ਚੇਂਜ ਕਰੀਏ। ਅਸੀਂ ਪੜ੍ਹਦੇ ਹਾਂ, ਬਚਪਨ ਤੋਂ ਪੜ੍ਹ ਰਹੇ ਹਾਂ, ਸਤਿਗੁਰੂ ਆਇਓ ਸਰਨ ਤੁਹਾਰੀ, ਬਚਪਨ ਤੋਂ ਸ਼ਬਦ ਪੜ੍ਹਦੇ ਆ ਰਹੇ ਹਾਂ, ਹੁਣ ਵੀ ਪੜ੍ਹਦੇ ਹਾਂ, ਪਰ ਸ਼ਰਨ ਵਿੱਚ ਗਏ ਨਹੀਂ ਹਾਂ। ਅਗਰ ਸ਼ਰਨ ਵਿੱਚ ਚਲੇ ਜਾਈਏ ਤੇ ਸੁਨ ਸਮਾਧੀ ਅਵਸਥਾ ਦਾ ਅਨੁਭਵ ਹੋ ਜਾਏ, ਫਿਰ ਪੜ੍ਹਨ ਦੀ ਲੋੜ ਨਹੀਂ ਪਏਗੀ। ਫਿਰ ਜਿਵੇਂ ਹੀ ਅੱਖ ਬੰਦ ਕੀਤੀ, ਸੁਨ ਸਮਾਧ ਦਾ ਆਨੰਦ ਮਾਣਿਆ, ਅੰਤਰਮੁਖੀ ਭਗਤੀ ਸ਼ੁਰੂ ਹੋ ਜਾਏਗੀ। ਪਰ ਪੜ੍ਹਨਾ ਬੜੇ ਸਹਿਜੇ ਹੈ। ਸਤਿਗੁਰੂ ਆਇਓ ਸ਼ਰਨ ਤੁਹਾਰੀ। ਹੁਣ ਇਸ ਸ਼ਰਨ ਵਿੱਚ ਜਾਣ ਦਾ ਅਨੁਭਵ ਕਰਨਾ ਹੈ। ਇਹ ਸ਼ਾਰਟਕਟ ਭਗਤੀ ਹੈ, ਭਗਤੀ ਦਾ ਸ਼ਾਰਟਕਟ ਹੈ। ਜਿੰਨਾ ਅਸੀਂ ਸਹਿਜੇ ਸਹਿਜੇ ਪਾਠ ਕਰਦੇ ਹਾਂ, ਇੱਕ ਇੱਕ ਪੰਕਤੀ ਤੇ ਰੁਕਦੇ ਹਾਂ, ਉਹਨਾਂ ਅਸੀਂ ਅੰਦਰ ਜਾਣਾ ਸ਼ੁਰੂ ਹੁੰਦੇ ਹਾਂ। ਤੇ ਸਾਰੇ ਜਿੰਨੇ ਵੀ ਅਸੀਂ ਪਾਠ ਕਰਦੇ ਹਾਂ ਸਭ ਦਾ ਮਨੋਰਥ ਸਾਨੂੰ ਅੰਤਰ ਗਿਆਨ ਦੇਣਾ ਹੈ, ਅੰਤਰ ਜਾਣ ਦੀ ਪ੍ਰੇਰਨਾ ਦੇਣੀ। ਸਤਿਗੁਰੂ ਆਇਓ ਸ਼ਰਨ ਤੁਹਾਰੀ, ਸਤਿਗੁਰੂ ਆਇਓ ਸ਼ਰਨ ਤੁਹਾਰੀ। 2-4 ਵਾਰੀ 10 ਵਾਰੀ ਪੜ੍ਹਦੇ ਹਾਂ ਤੇ ਅੰਦਰ ਜਾਣਾ ਸ਼ੁਰੂ ਹੋ ਜਾਂਦੇ ਹਾਂ। ਹੌਲੀ ਹੌਲੀ ਸਮਝ ਆ ਜਾਂਦੀ ਹੈ, ਹੌਲੀ ਹੌਲੀ ਸੱਚਮੁੱਚ ਸ਼ਰਨ ਦਾ ਅਨੁਭਵ ਕਰਦੇ ਹਾਂ ਕਿ ਜਿਵੇਂ ਅਸੀਂ ਢਹਿੰਦੇ ਹਾਂ ਉਵੇਂ ਹੀ ਅਸੀਂ ਪ੍ਰਮਾਤਮਾ ਦੀ ਬਖਸ਼ਿਸ਼ ਦੇ ਪਾਤਰ ਬਣਨਾ ਸ਼ੁਰੂ ਹੋ ਜਾਂਦੇ ਹਾਂ। ਜਿਵੇਂ ਅਸੀਂ ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ, ਇਸ ਟਾਈਮ ਅਸੀਂ ਸਾਰੇ ਹਾਰੇ ਹਾਂ। ਤੇ ਜਿਵੇਂ ਹੀ ਅਸੀਂ ਸੰਸਾਰ ਵੱਲੋਂ ਹਾਰਦੇ ਹਾਂ, ਬਿਮਾਰੀ ਵੱਲੋਂ ਇਸ ਟਾਈਮ ਹਾਰੇ ਹਾਂ, ਜਿਵੇਂ ਹੀ ਅਸੀਂ ਹਾਰਦੇ ਹਾਂ ਉਵੇਂ ਅਸੀਂ ਸ਼ਰਨ ਵਿੱਚ ਜਾਂਦੇ ਹਾਂ। ਜਿਵੇਂ ਹੀ ਸ਼ਰਨ ਵਿੱਚ ਜਾਂਦੇ ਹਾਂ ਉਵੇਂ ਹੀ ਬਖਸ਼ਿਸ਼ਾਂ ਦੇ ਪਾਤਰ ਬਣ ਜਾਂਦੇ ਹਾਂ। ਵਾਹਿਗੁਰੂ ਜੀ ਸਾਡੇ ਸਭ ਤੇ ਮਿਹਰ ਕਰਨ ਜੋ ਇਹ ਸਮਾਂ ਮਿਲਿਆ ਹੈ, ਸਾਡੇ ਸਾਰੇ ਭਰਮ ਦੂਰ ਹੋ ਜਾਣ। ਅਸੀਂ ਸਤਿਗੁਰੂ ਕਾ ਸੱਚ ਸ਼ਬਦ ਕਮਾਵੋ, ਸਿਰ ਘਰ ਬੈਠੇ ਪ੍ਰਭ ਆਪਣਾ ਪਾਵੋ।
ਇਸ ਅਨੁਭਵ ਦੀ ਖੇਡ ਦੇ ਵਿੱਚ ਪਰਮਾਤਮਾ ਦੀ ਬਖਸ਼ਿਸ਼ ਨੂੰ ਅਨੁਭਵ ਕਰ ਲਈਏ, ਤਾਂ ਹੀ ਇਹ ਸਾਰੇ ਸਤਸੰਗ ਕੀਤੇ ਸਫਲ ਹਨ। ਹੋਈਆਂ ਭੁੱਲਾਂ ਲਈ ਖਿਮਾ ਕਰਨਾ ਜੀ। ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਹੈ, ਵੀਰ ਸਰਬਜੀਤ ਸਿੰਘ ਜੀ ਦਾ, ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕਰਾਏ ਹਨ। ਵਾਹਿਗੁਰੂ ਜੀ ਮਿਹਰ ਕਰਨ। ਸਾਡੇ ਮਾਤਾ ਪਿਤਾ ਜੀ ਦਾ ਵੀ ਧੰਨਵਾਦ ਹੈ ਜੋ ਦਰਸ਼ਨ ਦੇ ਰਹੇ ਹਨ। ਵਾਹਿਗੁਰੂ ਜੀ ਮਿਹਰ ਕਰਨ, ਅੰਗ ਸੰਗ ਸਹਾਈ ਹੋਣ ਜੀ। ਹੋਈਆਂ ਭੁੱਲਾਂ ਲਈ ਖਿਮਾ ਕਰਨਾ ਜੀ। ਫਤਿਹ ਦੀ ਸਾਂਝ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸ੍ਰੀ ਅਕਾਲ। ਸਾਰੇ ਘਰਾਂ ਵਿੱਚ ਗੂੰਜਾਂ ਪਾ ਦਿਓ ਜੀ। ਤੁਸੀਂ ਆਪਣੀ ਚੈਟ ਦੇ ਵਿੱਚ ਇੰਨੀ ਬਾਰਿਸ਼ ਕੀਤੀ ਹੈ, ਵਧਾਈ ਦਿੱਤੀ ਹੈ, ਸ਼ਾਬਾਸ਼ ਦਿੱਤੀ ਹੈ, ਧੰਨਵਾਦ ਕਿਹਾ। ਵਾਹਿਗੁਰੂ ਜੀ ਦੀ ਮਿਹਰ। ਵਾਹਿਗੁਰੂ ਗੁਰੂ ਦੀ ਬਖਸ਼ਿਸ਼ ਜੀ। ਇੱਕ ਵਾਰੀ ਫਿਰ ਮੈਂ ਬੇਨਤੀ ਕਰਾਂਗਾ, ਸਾਰੇ ਘਰਾਂ 'ਚ ਬੈਠ ਕੇ ਗੱਜ ਕੇ ਜੈਕਾਰਾ ਬੁਲਾਓ ਜੀ। ਬੋਲੇ ਸੋ ਨਿਹਾਲ। ਸ੍ਰੀ ਅਕਾਲ। ਸ਼ੁਕਰਾਨਾ ਜੀ, ਸ਼ੁਕਰਾਨਾ। ਵਾਹਿਗੁਰੂ ਜੀ ਦਾ ਸ਼ੁਕਰਾਨਾ। ਬਹੁਤ ਧੰਨਵਾਦ ਜੀ। ਵੀਰ ਜੀ ਨੇ ਜੋ ਗੱਲਾਂ ਕੀਤੀਆਂ ਨੇ ਕਿ ਸਾਨੂੰ ਦਾ ਲੋਕਡਾਊਨ ਤੇ ਸਰਕਾਰ ਨੇ ਕੀਤਾ ਹੈ, ਮਨ ਦਾ ਲੋਕਡਾਊਨ ਅਸੀਂ ਆਪੇ ਹੀ ਕਰ ਲਈਏ ਜੀ। ਤੇ ਜਿਹੜਾ ਮਨ ਦਾ ਲੋਕਡਾਊਨ ਕਰ ਲਏਗਾ ਨਾ, ਉਹ ਆਮ ਜੀਵਨ ਤੋਂ ਪਰਮ ਜੀਵਨ ਵੱਲ ਜਾਣਾ ਸ਼ੁਰੂ ਹੋ ਜਾਏਗਾ। ਸੁਨ ਸਮਾਧ ਦੀ ਗੱਲ ਕੀਤੀ ਹੈ ਵੀਰ ਜੀ ਨੇ, ਔਰ ਜਿਹੜੀ ਅਨੁਭਵ ਦੀ ਖੇਡ ਦੀ ਗੱਲ ਕੀਤੀ ਹੈ, ਮੇਰਾ ਮਨ ਕੀਤਾ ਹੈ ਅੱਜ ਵੀਰ ਜੀ ਦੀ ਇਸ ਵੀਰ ਜਗਪ੍ਰੀਤ ਸਿੰਘ ਜੀ ਦਿੱਲੀ ਤੋਂ, ਉਹਨਾਂ ਦੀ ਇਸ ਪ੍ਰੇਰਨਾ ਨਾਲ ਮੇਰਾ ਮਨ ਕੀਤਾ ਹੈ ਅਸੀਂ ਸਾਰੇ ਆਪਣੇ ਅਨੁਭਵ ਜਿਹੜੇ ਨੇ ਨਾ ਉਹ ਸ਼ੇਅਰ ਕਰੀਏ। ਆਪਣੇ ਆਪਣੇ ਅਨੁਭਵ ਜਿਹੜੇ ਨੇ ਉਹ ਕੁਝ ਸੱਜਣ ਸਾਨੂੰ ਲਿਖ ਕੇ ਵੀ ਭੇਜ ਰਹੇ ਨੇ, ਕੁਝ ਹੋਰ ਵੀ ਸਾਡੇ ਕੋਲ ਜਿਹਨਾਂ ਨੇ ਫੋਨ ਤੇ ਗੱਲਾਂ ਕੀਤੀਆਂ ਨੇ। ਅਸੀਂ ਲੜੀਵਾਰ ਇੱਕ ਵਿਸ਼ਾ ਬਣਾਵਾਂਗੇ ਕਿ ਅਸੀਂ ਆਪਣੇ ਅਨੁਭਵ ਸ਼ੇਅਰ ਕਰੀਏ ਅਲੱਗ-ਅਲੱਗ ਸੱਜਣਾ ਦੇ। ਔਰ ਜਿਹੜੀ ਲਾਸਟ ਗੱਲ ਵੀਰ ਜੀ ਨੇ ਕਹੀ ਹੈ ਕਿ ਵਾਹਿਗੁਰੂ ਨੂੰ ਕਹਿ ਕੇ ਮਨ ਨੂੰ ਸ਼ਾਂਤ ਕਰਨਾ ਹੈ ਔਰ ਆਪਣੀ ਅਵਸਥਾ ਨੂੰ ਬਦਲਣਾ ਹੈ। ਇਹ ਮੈਂ ਬੇਨਤੀ ਕਰਾਂਗਾ ਸਾਰੇ ਜਣੇ ਲਿਖ ਲਓ ਜੀ ਕਿ ਅਸੀਂ ਆਪਣੀ ਅਵਸਥਾ ਨੂੰ ਬਦਲਣਾ ਹੈ। ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਹੁਣ ਕੀ ਹੋ ਰਿਹਾ, ਅਸੀਂ ਗੁਰੂ ਘਰ ਵੀ ਜਾ ਰਹੇ ਹਾਂ, ਨਾਮ ਵੀ ਜਪ ਰਹੇ ਹਾਂ, ਨਿਤਨੇਮ ਵੀ ਕਰ ਰਹੇ ਹਾਂ, ਸਾਡੀ ਅਵਸਥਾ ਹੀ ਨਹੀਂ ਬਦਲ ਰਹੀ। ਹਾਂਜੀ, ਕੁਝ ਹੈਂਡ ਰੇਜ਼ ਹੋਏ ਨੇ, ਮੈਂ ਬੇਨਤੀ ਕਰਾਂਗਾ। ਇੱਕ ਵਿਸ਼ਾ ਹੋਰ ਹੈ, ਪਰ ਚਲੋ ਲੈ ਲਓ ਬੇਟਾ ਜੀ। ਇਹ ਆਰ ਕੇ ਸ਼ਰਮਾ ਜੀ ਦਾ ਇੱਕ ਹੈਂਡ ਰੇਜ਼ ਹੈ। ਆਪਾਂ ਇਸ ਤੋਂ ਬਾਅਦ ਇੱਕ ਐਸੇ ਹੀ ਵਿਸ਼ੇ ਤੇ ਸੈਲਫ ਇੰਟਰੋਸਪੈਕਸ਼ਨ ਤੇ ਸਾਡੀ ਬੇਟੀ ਮਨਮੀਨ ਕੌਰ ਜੀ ਗੱਲ ਕਰਨਗੇ। ਉਸ ਤੋਂ ਪਹਿਲਾਂ ਇੱਕ ਦੋ ਹੈਂਡ ਰੇਜ਼, ਕੋਈ ਬੜੀ ਜ਼ਰੂਰੀ ਗੱਲ। ਹਾਂਜੀ ਵੀਰ ਜੀ, ਵੈਲਕਮ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਭਾਈ ਸਾਹਿਬ 5 ਮਿੰਟ ਲਾਂਗਾ, ਪਲੀਜ਼ ਮੈਨੂੰ ਕੱਟਣਾ ਨਾ, ਮੈਂ ਫਿਰ ਉਸ ਤੋਂ ਬਾਅਦ ਕਦੇ ਨਹੀਂ ਬੋਲਾਂਗਾ। ਵਾਹਿਗੁਰੂ। ਮੈਂ ਜੇ ਤੁਸੀਂ ਕਦੇ ਨਹੀਂ ਬੋਲੋਗੇ ਫਿਰ ਅਸੀਂ 5 ਮਿੰਟ ਨਹੀਂ ਦਿੰਦੇ ਜੀ। ਤੁਸੀਂ ਆਪਣੀ ਗੱਲ ਕਹੋ ਜੀ ਜ਼ਰੂਰ। ਇੱਕ ਤਾਂ ਮੈਂ ਮਾਫੀ ਮੰਗਣਾ ਚਾਹਨਾ ਕਿ ਉਸ ਦਿਨ ਮੈਂ ਸ਼ਾਇਦ ਕੁਝ ਜ਼ਿਆਦਾ ਬੋਲ ਗਿਆ, ਤੇ ਹੱਥ ਜੋੜ ਕੇ ਮਾਫੀ ਜਿਹਨੂੰ ਗਲਤ ਲੱਗਾ ਹੋਏ, ਕਿਉਂਕਿ ਮੇਰੀ ਪਰਵਿਸ਼ ਹੈ ਜੀ ਹੈ ਕਿ ਮੈਂ ਬੇਸਿਕਲੀ ਇੰਜੀਨੀਅਰ ਹਾਂ ਔਰ ਹਰ ਚੀਜ਼ ਪ੍ਰੈਕਟੀਕਲੀ ਦੇਖਣਾ। ਦੂਸਰੀ ਗੱਲ, ਉਹ ਜੋ ਭਾਈ ਸਾਹਿਬ ਪਹਿਲੇ ਕਹਿ ਰਹੇ ਸੀਗੇ ਸਮਝ ਵਾਲੀ ਗੱਲ, ਜਿਹੜੀ ਬਾਬਾ ਜੀ ਦੀ ਜਪਜੀ ਸਾਹਿਬ ਦੀ ਪੌੜੀ ਦੀ ਗੱਲ ਕਰ ਰਹੇ ਸੀ, 2-4 ਗੱਲਾਂ ਉਹਦੇ ਬਾਰੇ ਚ, ਫਿਰ 2-4 ਜੋ ਭਾਈ ਸਾਹਿਬ ਨੇ ਮਨ ਦੀਆਂ ਗੱਲਾਂ ਕਹੀਆਂ। ਪਹਿਲੀ ਜੋ ਗੱਲ ਉਹਨਾਂ ਕਹੀ ਕਿ ਅਸੀਂ ਸਮਝ ਨਹੀਂ ਸਕਦੇ ਆਪਨੂੰ। ਸਾਡਾ ਯੂਨੀਵਰਸ ਜੋ ਸਾਇੰਟਿਸਟ ਨੇ ਹਾਲੇ ਤੱਕ ਲੱਭਿਆ, ਦੈਟ ਇਜ਼ ਸਮਵੇਅਰ ਅਰਾਊਂਡ 93 ਬਿਲੀਅਨ ਲਾਈਟ ਈਅਰਸ। ਤੇ ਤੁਸੀਂ ਇਹ ਸੋਚੋ ਕਿ ਅਸੀਂ ਹਾਲੇ ਜੋ ਸਾਡੀ ਪ੍ਰਿਥਵੀ ਹੈ ਉਸੇ ਤੇ ਸਾਡਾ ਨੌਲੇਜ ਨਹੀਂ ਪੂਰੀ। ਤੇ ਜਿਸ ਪਰਮਾਤਮਾ ਦੀ ਹੋਂਦ, ਜਾਂ ਮੇਰੇ ਸ਼ਾਇਦ ਕੁਝ ਲਫ਼ਜ਼ ਗਲਤ ਹੋਣਗੇ ਕਿਉਂਕਿ ਮੇਰੇ ਕੋਲ ਲਫ਼ਜ਼ ਨਹੀਂ ਹੈਗੇ, ਤੇ ਮੈਨੂੰ ਕੁਝ ਨਾ ਕੁਝ ਇਸਤੇਮਾਲ ਕਰਨਾ ਪੈਂਦਾ ਉਹਨਾਂ ਦੀ ਜਗ੍ਹਾ ਤੇ। ਉਹ ਇੰਨਾ ਵੱਡਾ ਹੈ ਕਿ ਜਿਸ ਵਕਤ ਕੋਈ ਵੀ ਮਨੁੱਖ ਇਹ ਸਮਝ ਲੈ ਕਿ ਮੈਂ ਰੱਬ ਨੂੰ ਨਜ਼ਦੀਕ ਹਾਂ ਜਾਂ ਮੈਂ ਉਹਨੂੰ ਸਮਝ ਲਿਆ, ਤੇ ਇਹ ਸਮਝੋ ਕਿ ਉਹ ਰੱਬ ਤੋਂ ਵੱਡਾ ਹੋ ਗਿਆ। ਤੇ ਇਹ ਪੂਰੀ ਉਮਰ ਕਦੇ ਨਹੀਂ ਹੋ ਸਕਦਾ ਕਿ ਅਸੀਂ ਇਹ ਛੋਟੀ ਜਿਹੀ ਮੱਤ ਲੈ ਕੇ ਇੰਨੇ ਵੱਡੇ ਰੱਬ ਨੂੰ ਸਮਝੀਏ, ਜਿਹਨੂੰ ਸਾਇੰਟਿਸਟ ਜਾਂ ਸਾਡੀ ਉਮਰ ਵੀ ਨਹੀਂ ਸਮਝ ਸਕਦੀ। ਤੇ ਰੱਬ ਨੂੰ ਸਮਝਣਾ ਬੜਾ ਮੁਸ਼ਕਿਲ ਹੈ। ਸਿਰਫ ਇੱਕੋ ਤਰੀਕਾ ਹੈ, ਉਹ ਜੋ ਭਾਈ ਸਾਹਿਬ ਲਾਸਟ ਵਾਲੇ ਨੇ ਕਿਹਾ ਕਿ ਸਿਮਰਨ ਦਾ। ਜੇ ਤੁਸੀਂ, ਮੇਰੀ ਇੱਕ ਰਿਕੁਐਸਟ ਹੈ ਤੁਹਾਨੂੰ ਕਿ ਤੁਸੀਂ ਇਹ ਜੋ ਨੌਲੇਜ ਬੱਚਿਆਂ ਨੂੰ ਦੇ ਰਹੇ ਹੋ, ਦਿਸ ਇਜ਼ ਸਮਥਿੰਗ ਲਾਈਕ ਅਮੇਜ਼ਿੰਗ। ਇਹ ਇੱਕ ਤੁਸੀਂ ਬੜਾ ਵੱਡਾ ਉਪਰਾਲਾ ਕਰ ਰਹੇ ਹੋ।
ਔਰ ਜੇ ਤੁਸੀਂ ਬੱਚਿਆਂ ਨੂੰ 10 ਮਿੰਟ ਵਾਸਤੇ, ਕਿਉਂਕਿ ਜਿੰਨੇ ਅਸੀਂ ਬੁੱਢੇ ਗਏ ਹਾਂ, ਅਸੀਂ ਸਾਰੇ ਪੱਕ ਚੁੱਕੇ ਹਾਂ ਆਪਣੀ ਸੋਚਾਂ ਵਿੱਚ, ਔਰ ਅਸੀਂ ਇਹ ਸੋਚਨੇ ਹਾਂ ਕਿ ਜੋ ਅਸੀਂ ਸੋਚਨੇ ਹਾਂ ਉਹੀ ਸੱਚ ਹੈ, ਜਦ ਕਿ ਉਹ ਨਹੀਂ ਹੁੰਦਾ। ਮਹਾਰਾਜ ਦੀ ਬਾਣੀ ਤੁਸੀਂ ਰੋਜ਼ ਪੜੋ, ਰੋਜ਼ ਤੁਹਾਨੂੰ ਇਹੋ ਜਿਹੇ ਮੀਨਿੰਗ ਲੱਭਣਗੇ ਕਿ ਜਿਹੜੇ ਕੱਲ ਤੋਂ ਵੱਖ ਹੋਣਗੇ ਔਰ ਵਿਲੱਖਣ ਹੋਣਗੇ। ਜੋ ਲਾਸਟ ਵਾਲੇ ਭਾਈ ਸਾਹਿਬ ਸੀ, ਉਹਨਾਂ ਕੁਝ ਗੱਲਾਂ ਕੀਤੀਆਂ ਜੋ ਮੈਨੂੰ ਬੜੀਆਂ ਅੱਛੀਆਂ ਲੱਗੀਆਂ। ਜਦੋਂ ਮਹਾਰਾਜ ਤੁਹਾਨੂੰ ਬਾਣੀ ਵਿੱਚ ਸਮਝਾਉਂਦੇ ਨੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ, ਨਾ ਤੁਸੀਂ ਉਹ ਸ਼ਬਦਾਂ ਵਿੱਚ ਨਾ ਆਪਣੇ ਐਕਸ਼ਨ ਵਿੱਚ ਬੋਲ ਪਾਉਂਦੇ ਹੋ। ਮੈਂ ਘੱਟੋ ਘੱਟ 10-15 ਗੁਰਮੁਖਾਂ ਨੂੰ ਮਿਲਿਆ ਜੋ ਬੋਡੀ ਵਿੱਚੋਂ ਨਿਕਲ ਕੇ ਬਾਹਰ ਚਲੇ ਜਾਂਦੇ ਨੇ ਕਿੱਥੇ ਵੀ। ਮੈਂ ਬੜੇ ਦੇਸ਼ਾਂ ਵਿੱਚ ਘੁੰਮਦਾ ਰਹਿਣਾ, ਔਰ ਹਰ ਦੇਸ਼ ਵਿੱਚ ਜਦੋਂ ਮਹਾਰਾਜ ਨੂੰ ਰਿਕੁਐਸਟ ਕਰੀਦਾ ਕਿ ਕਿਸੇ ਦੇ ਦਰਸ਼ਨ ਕਰਾਓ, ਤੇ ਜ਼ਰੂਰ ਕਿਸੇ ਨਾ ਕਿਸੇ ਦੇ ਦਰਸ਼ਨ ਹੁੰਦੇ ਨੇ। ਬੇਸਿਕਲੀ ਅਸੀਂ ਜੋ ਮੈਨੂੰ ਸਮਝ ਆਈ, ਮਹਾਰਾਜ ਨੇ ਜੋ ਮੈਨੂੰ ਸਮਝ ਬਖਸ਼ੀ, ਉਹ ਮੈਂ ਤੁਹਾਨੂੰ ਦੱਸਾਂਗਾ, ਤਾਂ ਕਿ ਜੋ ਵੀ ਇਹਨੂੰ ਸੁਣ ਰਿਹਾ ਐਟਲੀਸਟ ਉਹ ਇਸ ਰਸਤੇ ਤੇ ਚੱਲੇ। ਦੇਖੋ, ਮਹਾਰਾਜ ਨੇ ਨਾ ਸਾਡੇ ਸਰੀਰ ਵਿੱਚ ਦੋ ਚੀਜ਼ਾਂ ਕਾਮਨ ਕੀਤੀਆਂ ਨੇ, ਇੱਕ ਸਾਹ ਔਰ ਇੱਕ ਕੰਨ। ਬਾਕੀ ਸਾਰੇ ਹੋਲ ਅਸੀਂ ਬੰਦ ਕਰ ਲੈਂਦੇ ਹਾਂ। ਸਾਹ ਵੀ ਸਾਡਾ ਰੋਕ ਦਿੰਦਾ ਜਦੋਂ ਸਾਨੂੰ ਮਾਰਦਾ। ਸੌਰੀ, ਮੈਂ ਨਾ ਆਈ ਐਮ ਰਾਦਰ ਪ੍ਰੈਕਟੀਕਲ, ਤੇ ਮੈਂ ਮਰਨ ਦੀ ਗੱਲ ਨੂੰ ਬੜੇ ਨਾਰਮਲ ਤਰੀਕੇ ਨਾਲ ਕਰਨਾ। ਸ਼ਾਇਦ ਕਿਸੇ ਨੂੰ ਬੁਰਾ ਲੱਗੇ ਤੇ ਹੱਥ ਜੋੜ ਕੇ ਮਾਫੀ ਹੈ, ਕਿਉਂਕਿ ਮੈਨੂੰ ਪਤਾ ਨਹੀਂ ਮੈਂ ਅਗਲੇ ਸਾਲ ਰਹਿਣਾ ਕਿ ਨਹੀਂ ਰਹਿਣਾ। ਤੇ ਐਟਲੀਸਟ ਜਿੰਨੇ ਸੰਗਤ ਨੂੰ, ਜਿਹੜੇ ਵੀ ਸਿੱਖਣ ਵਾਲੇ ਨੇ, ਐਟਲੀਸਟ ਉਹਨਾਂ ਦੇ ਕੰਨ ਵਿੱਚ ਮਹਾਰਾਜ ਜੇ ਕੁਝ ਪਵਾ ਛੱਡਣ ਤੇ ਨਥਿੰਗ ਲਾਈਕ ਇਟ। ਭਾਈ ਸਾਹਿਬ ਦੀ ਗੱਲ ਮੈਨੂੰ ਜੋ ਲਾਸਟ ਵਾਲੇ ਸੀਗੇ ਬੜੀ ਅੱਛੀ ਲੱਗੀ। ਮੈਂ ਨਾਂ ਨਹੀਂ ਯਾਦ ਰੱਖਦਾ ਕਿਉਂਕਿ ਮੈਨੂੰ ਰਹਿੰਦੇ ਨਹੀਂ, ਮੈਨੂੰ ਆਪਣਾ ਨਾਂ ਨਹੀਂ ਯਾਦ ਰਹਿੰਦਾ। ਮਹਾਰਾਜ ਨੇ ਸਰੀਰ ਵਿੱਚ ਦੋ ਚੀਜ਼ਾਂ ਕਾਮਨ ਕੀਤੀਆਂ ਨੇ, ਸਿਰਫ ਇੱਕ ਸਾਹ ਔਰ ਇੱਕ ਕੰਨ। ਸਾਹ ਰੋਕ ਛੱਡਦੇ ਨੇ, ਕੰਨ ਫੇਰ ਵੀ ਨਹੀਂ ਰੋਕਦੇ। ਸੜਨ ਤੋਂ ਬਾਅਦ ਜਾਂ ਦਬਨ ਤੋਂ ਬਾਅਦ ਕੰਨ ਬੰਦ ਹੁੰਦਾ। ਇਹ ਮਹਾਰਾਜ ਨੇ ਇਸ ਕਰਕੇ ਕੀਤਾ ਹੈ ਕਿ ਜੇ ਤੂੰ ਮੋਇਆ ਪਿਆ ਫੇਰ ਵੀ ਕੋਈ ਮੇਰੀ ਆਵਾਜ਼ ਤੇਰੇ ਕੰਨਾਂ 'ਚ ਪਾ ਦੇਗਾ ਨਾ, ਤਾਂ ਮੈਂ ਤਾਂ ਚੁੱਕ ਲਾਂਗਾ। ਹੁਣ ਬੇਸਿਕਲੀ ਮਹਾਰਾਜ ਨੇ ਜੋ ਪੂਰੀ ਬਾਣੀ 'ਚ ਮਨ ਦੀ ਗੱਲ ਕੀਤੀ, ਉਹਦੇ ਵਿੱਚ ਇੱਕ ਗੱਲ ਉਹਨਾਂ ਬੜੀ ਸਾਫ਼ ਕੀਤੀ ਕਿ ਜਪੋ ਤੋ ਏਕੋ ਨਾਮਾ ਅਵਰ ਨਿਰਾਫਲ ਕਾਮਾ। ਜਦੋਂ ਤੁਸੀਂ ਇਹ ਸਿਮਰਨ ਸ਼ੁਰੂ ਕਰੋਗੇ ਤੇ ਮਹਾਰਾਜ ਬਿੰਦੀ, ਅੰਤਰਾ, ਰਹਾਓ, ਸ਼ਬਦ ਦਾ ਕੀ ਅਰਥ ਹੈ, ਸਭ ਕੁਝ ਤੁਹਾਨੂੰ ਇੱਕ ਵਿਲੱਖਣ ਤਰੀਕੇ ਨਾਲ ਸਮਝਾਉਣਗੇ, ਜੋ ਸ਼ਾਇਦ ਤੁਹਾਨੂੰ ਇਸ ਦੁਨੀਆ ਵਿੱਚ ਕੋਈ ਨਾ ਬੋਲਦਾ। ਹੁਣ ਜੋ ਮੈਂ ਸਮਝੀ ਉਹਨਾਂ ਨਾਲ ਗੱਲ ਕਰਕੇ, ਔਰ ਮੇਰਾ ਪ੍ਰੈਕਟੀਕਲ ਵੀ ਹੈ, ਮੈਂ ਇਸ ਕਰਕੇ ਦੱਸ ਰਿਹਾ। ਫਿਰ ਮੈਂ ਸ਼ਾਇਦ ਨਾ ਬੋਲਾਂ ਕਿ ਮੈਂ ਇਹੋ ਜਿਹੀ ਜਗ੍ਹਾ ਬੋਲਣਾ ਮੈਂ ਫਸ ਜਾਣਾ। ਦੇਖੋ, ਕੰਨ ਜਿਹੜੇ ਨੇ ਉਹ ਸੁਣਦੇ ਨੇ ਮਰਨ ਤੋਂ ਬਾਅਦ ਵੀ। ਹੁਣ ਪੜ੍ਹੀਏ ਸੁਣੀਏ ਕਿਆ ਵੇਦ ਪੁਰਾਣਾ ਕੁਛ ਲਫ਼ਜ਼ ਹੈਗਾ, ਪਰ ਮੈਨੂੰ ਬਾਣੀ ਕੰਟਰੀ ਹੈਗੀ ਔਰ ਮੇਰੀਆਂ ਤੁਕਾਂ ਅਕਸਰ ਇੱਧਰ ਉੱਧਰ ਹੁੰਦੀਆਂ ਨੇ। ਜੋ ਕੰਨ ਵਿੱਚ ਮਹਾਰਾਜ ਪਾਉਂਦੇ ਨੇ, ਸ਼ੁਰੂਆਤ ਇਸ ਤਰ੍ਹਾਂ ਹੈ ਕਿ ਤੁਸੀਂ ਕੰਨਾਂ ਦੇ ਥਰੂ ਵਾਹਿਗੁਰੂ ਦਾ ਸਿਮਰਨ ਕੰਨਾਂ ਤੋਂ ਅੰਦਰ ਪਾਉਣਾ। ਫਿਰ ਜਦੋਂ ਤੁਹਾਡੀ ਜ਼ਬਾਨ ਜਪਣੀ ਸ਼ੁਰੂ ਕਰ ਦੇ, ਕੰਨ ਔਰ ਜ਼ਬਾਨ ਜਦੋਂ ਕਾਮਨ ਹੋ ਜਾਣ, ਇੱਕ ਲਹਿ ਹੋ ਜਾਏ, ਹੁਣ ਤੁਹਾਡਾ ਮਨ ਕਦੇ ਕਦੇ ਵਿੱਚ ਵਾਹਿਗੁਰੂ ਬੋਲੇਗਾ ਜੀ। ਔਰ ਯਕੀਨ ਜਾਨੋ, ਜਿਸ ਦਿਨ ਤੁਹਾਡੇ ਮਨ ਨੇ ਵਾਹਿਗੁਰੂ ਬੋਲ ਦਿੱਤਾ ਨਾ, ਇਹ ਮਨ ਤੁਹਾਡਾ ਜ਼ਬਾਨ ਔਰ ਕੰਨ ਦੋਨਾਂ ਨੂੰ ਇਸ ਤਰ੍ਹਾਂ ਬੰਦ ਕਰੇਗਾ ਕਿ ਤੁਹਾਡੇ ਸਿਰ ਤੇ ਢੋਲ ਵੱਜਦੇ ਹੋਣ ਤੁਹਾਨੂੰ ਨਹੀਂ ਸੁਣਾਈ ਦੇਣਗੇ। ਔਰ ਫਿਰ ਜੋ ਮਨ ਬੋਲਦਾ ਉਹ ਜਿਵੇਂ ਇੱਕ ਮਾਂ ਆਪਣੇ ਮਰਨ ਵਾਲੇ ਬੱਚੇ ਨੂੰ ਜਾਂ ਆਪਣੇ ਤੋਂ ਖੋਏ ਹੋਏ ਬੱਚੇ ਨੂੰ ਵਾਪਸ ਬੁਲਾਉਣ ਵਾਸਤੇ ਕਰਦੀ ਹੈ, ਉਸ ਤਰ੍ਹਾਂ ਹੁੰਦਾ ਹੈ। ਇੱਕ ਮੈਂ ਤੁਹਾਨੂੰ ਉਦਾਹਰਨ ਛੋਟਾ ਜਿਹਾ ਦੇ ਦਿੰਦਾ। ਆਪਣੀਆਂ ਸਾਰੇ ਅੱਖਾਂ ਬੰਦ ਕਰੋ ਔਰ ਵਾਹਿਗੁਰੂ ਨੂੰ ਬੁਲਾਓ। ਸੋਚੋ ਕਿ ਅੱਜ ਵਾਹਿਗੁਰੂ ਤੁਹਾਡੀਆਂ ਅੱਖਾਂ ਤਦ ਤੱਕ ਨਹੀਂ ਖੋਲੇਗਾ ਜਦ ਤੱਕ ਤੁਹਾਡੇ ਸਾਹਮਣੇ ਨਹੀਂ ਆਏਗਾ। ਤੁਹਾਡੀ ਭਾਈ ਸਾਹਿਬ ਅੱਖਾਂ ਖੁੱਲ ਸਕਦੀ, ਕਿਉਂਕਿ ਤੁਹਾਡੇ ਮਨ ਵਿੱਚੋਂ ਬੜੀ ਦੇਰ ਬਾਅਦ ਆਵਾਜ਼ ਨਿਕਲੇਗੀ ਜਿਹੜੀ ਵਾਹਿਗੁਰੂ ਨੂੰ ਪ੍ਰਗਟ ਕਰੇਗੀ। ਜਦੋਂ ਤੁਹਾਡਾ ਮਨ ਵਾਹਿਗੁਰੂ ਬੋਲਣਾ ਸ਼ੁਰੂ ਕਰ ਦੇਵੇ, ਸਮਝੋ ਕਿ ਖੇਡ ਬਣ ਗਈ ਹੈ। ਇੱਕ ਕਦੇ ਛੋਟੀ ਜਿਹੀ ਚੀਜ਼ ਨੂੰ ਹੋਰ ਐਡ ਕਰ ਜਾਣ ਤੋਂ ਪਹਿਲੇ, ਜਿਵੇਂ ਤੁਸੀਂ, ਮੈਨੂੰ ਨਹੀਂ ਪਤਾ ਜਲੰਧਰ ਤੋਂ ਜਾਂ ਬਠਿੰਡੇ ਤੋਂ ਕਿੱਥੇ ਹੋ ਭਾਈ ਸਾਹਿਬ?
ਹਾਂਜੀ ਲੁਧਿਆਣੇ ਤੋਂ ਜੀ। ਲੁਧਿਆਣੇ ਤੋਂ। ਲੁਧਿਆਣਾ ਬੜਾ ਖਾਸ ਸ਼ਹਿਰ ਹੈ। ਮੰਨ ਲਓ ਮੈਂ ਇੱਥੋਂ ਦੇਖਾਂ ਲੁਧਿਆਣਾ, ਤਾਂ ਲੁਧਿਆਣਾ ਤੱਕ ਮੈਨੂੰ ਕਲਸਟਰ ਆਫ ਹਾਊਸਸ, ਮਤਲਬ ਸਭ ਕੁਝ ਇੱਕ ਇਕੱਠਾ ਲੱਗੇਗਾ। ਠੀਕ ਹੈ, ਸਾਡਾ ਮਨ ਵੀ ਇਸ ਤਰ੍ਹਾਂ ਥਾਟਸ ਦਾ ਕਲਸਟਰ ਹੈ। ਪਰ ਤੁਸੀਂ ਇਹ ਧਿਆਨ ਰੱਖਣਾ ਕਿ ਜਦੋਂ ਤੁਸੀਂ ਇੱਕ ਥਾਟ ਨਾਲ ਆਪਣੇ ਆਪ ਨੂੰ ਸੈਪਰੇਟ ਕਰਨਾ ਸ਼ੁਰੂ ਕਰੋਗੇ ਤੇ ਉਹ ਥਾਟਸ ਦੇ ਵਿੱਚ ਤੁਹਾਨੂੰ ਅੰਤਰਾਲ ਮਿਲੇਗਾ, ਇੰਟਰਵਲ ਮਿਲੇਗਾ। ਉਹ ਜੇ ਵਾਹਿਗੁਰੂ ਨੂੰ ਜਪਣ ਦਾ ਟਾਈਮ, ਜਪਦੇ ਰਹੋ। ਪਰ ਮਨ ਨੂੰ ਜਿਹੜਾ ਅੰਤਰਾਲ ਆਉਂਦਾ ਉਹਦੇ ਵਿੱਚ ਜਦੋਂ ਵੜੋਗੇ ਤੇ ਤੁਸੀਂ ਚੌਥੀ ਅਵਸਥਾ ਤੇ 1 ਸੈਕਿੰਡ ਦੇ 10ਵੇਂ ਹਿੱਸੇ 5ਵੇਂ ਹਿੱਸੇ ਵਿੱਚ ਰੁਕੋਗੇ और फिर वापस आ जाओगे। ਵਾਹ बट ਇਹਦੇ ਵਿੱਚ ਟਾਈਮ ਲੱਗਦਾ ਹੈ। ਔਰ ਟਾਈਮ ਬੜੇ ਸਾਰੇ ਮੈਂ ਮਿਲਣਾ ਜਿਨ੍ਹਾਂ ਨੂੰ ਸਾਰਿਆਂ ਨੂੰ ਕਹਿੰਦਾ ਕੁਝ ਹੁੰਦਾ ਨਹੀਂ, ਕੁਝ ਹੋਇਆ ਨਹੀਂ, ਇੰਨੇ ਸਾਲ ਜਪਦੇ ਹੋ ਗਏ, ਇੰਨੇ ਸਾਲ ਪਾਠ ਕਰਦੇ ਹੋ ਗਏ, ਇੰਨੇ ਸਾਲ ਹੋ ਗਿਆ। ਉਹ ਇਸ ਕਰਕੇ ਬੋਲਦੇ ਨੇ ਕਿ ਉਹ ਕਿ ਰੱਬ ਦੀ ਥਾਂ ਪਾਣਾ ਚਾਹੁੰਦੇ ਨੇ, ਉਹਦੀ ਯਾਦ ਵਿੱਚ ਨਹੀਂ ਰਹਿਣਾ ਚਾਹੁੰਦੇ। ਆਪਣੇ ਆਪ ਨੂੰ ਰੱਬ ਤੋਂ ਵੱਡਾ ਕਰਨਾ ਚਾਹੁੰਦੇ ਨੇ। ਇਸ ਕਰਕੇ ਸੋਚਦੇ ਨੇ ਕਿ ਜਦੋਂ ਅਸੀਂ ਰੱਬ ਦੀ ਸਾਰੀ ਚੀਜ਼ ਪਤਾ ਕਰ ਲਈ ਫਿਰ ਤਾਂ ਸਾਨੂੰ ਸਾਰਾ ਕੁਝ ਪਤਾ ਹੋ ਗਿਆ। ਔਰ ਜਦ ਕਿ ਰੱਬ ਦੀ ਯਾਦ ਵਿੱਚ ਹਮੇਸ਼ਾ ਰਹਿਣਾ ਹੀ ਰੱਬ ਨੂੰ ਮਿਲਦਾ, ਰੱਬ ਨੂੰ ਮਿਲਣਾ। ਬਹੁਤ ਧੰਨਵਾਦ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਪਿਆਰੀ ਵਿਚਾਰਾਂ ਮੈਂ ਮਹਿਸੂਸ ਕਰਦਾ। ਅੱਜ ਅਸੀਂ ਜੋ ਪਹਿਲਾਂ ਰਵਿੰਦਰ ਵੀਰ ਜੀ, ਫਿਰ ਵੀਰ ਜਗਪ੍ਰੀਤ ਸਿੰਘ ਜੀ ਤੇ ਹੁਣ ਸਾਡੇ ਵੀਰ ਜੀ ਸ਼ਰਮਾ ਸਾਹਿਬ, ਗੁਰੂ ਦੀ ਬਖਸ਼ਿਸ਼। ਇੱਕ ਕੁਛ ਹੋਰ ਵੀ ਵਿਚਾਰ ਬੜਿਆਂ ਨੇ ਹੱਥ ਰੇਜ਼ ਕੀਤੇ ਹੋਏ ਨੇ। ਮੈਂ ਬੇਨਤੀ ਕਰਾਂਗਾ, ਸੋਹਣ ਸਿੰਘ ਜੀ ਦਾ ਹੈਂਡ ਰੇਜ਼ ਸੀ, ਚਲੇ ਗਏ ਸ਼ਾਇਦ ਜੀ, ਹੈਂਡ ਡਾਊਨ ਹੋ ਗਏ ਨੇ ਜੀ। ਚਲੋ ਧੰਨਵਾਦ ਜੀ। ਮੈਂ ਬੇਨਤੀ ਕਰਾਂ, ਅਤਿੰਦਰਪਾਲ ਸਿੰਘ ਦਾ ਇੱਕ ਹੈਂਡ ਰੇਜ਼ ਹੈ ਜੀ, ਦੇਖੋ ਬੇਟਾ। ਵਾਹਿਗੁਰੂ ਵਾਹਿਗੁਰੂ ਜੀ। ਚਲੋ ਜੀ, ਮੈਂ ਬੇਨਤੀ, ਹਾਂਜੀ आओ जी। आवाज नहीं आ रही बेटा, थोड़ा उच्ची दोबारा जी। वाहिगुरु जी, नहीं आवाज नहीं आ रही जी। वाहिगुरु जी का खालसा, वाहिगुरु जी। हाँ गल बनी ना जी हुण ਵੀਰ ਜੀ ਕਹਿੰਦੇ ਕੰਨਾਂ ਨੂੰ ਖੋਲ ਕੇ ਰੱਖੋ ਜੀ। ਹਾਂਜੀ ਵੀਰ ਜੀ, ਮੈਨੂੰ ਨਾ ਇੱਕ ਦੋ ਗੱਲਾਂ ਯਾਦ ਆਈਆਂ ਦੋਨਾਂ ਵੀਰਾਂ ਦੀ ਗੱਲ ਸੁਣ ਕੇ। ਇੱਕ ਰਘੁਬੀਰ ਸਿੰਘ ਵੀਰ ਜੀ ਦੀ ਕਿਤਾਬ ਹੈ ਅਰਦਾਸ ਸ਼ਕਤੀ। ਹਾਂਜੀ, ਉਸ ਵਿੱਚ ਇੱਕ ਉਹਨਾਂ ਨੇ ਕਹਾਣੀ ਲਿਖੀ ਹੈ, ਮੈਂ ਉਹ ਥੋੜੀ ਸ਼ੇਅਰ ਕਰਨਾ ਚਾਹਾਂਗਾ। ਸਿਰਫ 2 ਮਿੰਟ ਲੱਗਣਗੇ ਉਹਨੂੰ ਸ਼ੇਅਰ ਕਰਨ ਤੇ। ਹਾਂਜੀ, ਕਹਾਣੀ ਇੰਜ ਹੈ ਕਿ ਵੀ ਜਦੋਂ ਅਸੀਂ ਅਰਦਾਸ ਵੀ ਕਰਦੇ ਹਾਂ ਤਾਂ ਆਪਾਂ ਆਖਰੀ ਜਿਹੜਾ ਪਰ ਸਟੈਂਜਾ ਅਰਦਾਸ ਦਾ ਉਹਦੇ ਲਿਖਦੇ ਆ, ਅਰਦਾਸ ਕਰਦੇ ਹਾਂ ਕਿ ਮਿੱਥਾਵਿਆਂ ਦਾ ਥਾਮ, ਨਿਆਸਰਿਆਂ ਦਾ ਆਸਰਾ। ਸੋ ਉਹ ਮਤਲਬ ਉਸੇ ਨਾਲ ਲਿੰਕਡ ਹੈ ਇੱਕ ਛੋਟੀ ਜਿਹੀ ਕਹਾਣੀ ਕਿ ਜਦੋਂ ਦ੍ਰੋਪਦੀ ਦਾ ਚੀਰਹਰਨ ਹੋ ਗਿਆ ਤੇ ਦ੍ਰੋਪਦੀ ਸ਼੍ਰੀ ਕ੍ਰਿਸ਼ਨ ਦੀ ਬੜੀ ਵੱਡੀ ਭਗਤ ਸੀ ਤੇ ਸ਼੍ਰੀ ਕ੍ਰਿਸ਼ਨ ਨੇ ਉਹਨੂੰ ਬਚਾ ਲਿਆ, ਸਭ ਕੁਝ ਖਤਮ ਹੋ ਗਿਆ। ਉਹ ਐਪੀਸੋਡ ਖਤਮ ਹੋਣ ਤੋਂ ਬਾਅਦ ਦ੍ਰੋਪਦੀ ਸ਼੍ਰੀ ਕ੍ਰਿਸ਼ਨ ਨਾਲ ਹੋ ਜਾਂਦੀ ਨਾਰਾਜ਼ ਵੀ ਮੈਂ ਤੇਰੀ ਐਡੀ ਵੱਡੀ ਭਗਤ ਹਾਂ ਤੇ ਫਿਰ ਵੀ ਤੂੰ ਮੈਨੂੰ ਬਚਾਉਣ ਇੰਨੀ ਦੇਰ ਬਾਅਦ ਕਿਉਂ ਆਇਆ, ਇੰਨੀ ਦੇਰ ਕਿਉਂ ਲਾ ਦਿੱਤੀ। ਤੇ ਸ਼੍ਰੀ ਕ੍ਰਿਸ਼ਨ ਜੀ ਅੱਗੇ ਜਵਾਬ ਦਿੰਦੇ ਨੇ ਕਿ ਵੀ ਤੂੰ ਮੈਨੂੰ ਸੱਚੇ ਦਿਲੋਂ ਜੇ ਯਾਦ ਕਰਦੀ ਤਾਂ ਮੈਂ ਇੱਕ ਛਿਣ ਵੀ ਨਹੀਂ ਲਾਂਦਾ ਤੈਨੂੰ ਬਚਾਉਣ ਲਈ। ਤੇ ਉਹ ਕਹਿੰਦੇ ਵੀ ਜਦੋਂ ਤੂੰ ਆਪਦੇ ਕਮਰੇ 'ਚ ਬੈਠੀ ਸੀ, ਤੈਨੂੰ ਪਤਾ ਲੱਗਿਆ ਵੀ ਤੇਰੇ ਪਤੀ ਤੈਨੂੰ ਹਾਰ ਗਏ ਨੇ ਤੇ ਤੂੰ ਮੈਨੂੰ ਯਾਦ ਨਹੀਂ ਕੀਤੀ। ਤੈਨੂੰ ਭਰੋਸਾ ਸੀਗਾ ਜਿਹੜੇ ਦਰਬਾਰ 'ਚ ਤੇਰੇ ਵੱਡੇ ਵਡੇਰੇ ਬੈਠੇ ਨੇ ਤੈਨੂੰ ਕੁਝ ਨਹੀਂ ਹੋਣ ਦੇਣਗੇ, ਤੇਰਾ ਆਸਰਾ ਉਹਨਾਂ ਤੇ ਟਿਕਿਆ ਹੋਇਆ ਸੀਗਾ। ਉਸ ਤੋਂ ਬਾਅਦ ਜਦੋਂ ਤੈਨੂੰ ਉਹ ਦੁਸ਼ਯੰਤ ਖਿੱਚ ਕੇ ਘੜੀਸ ਕੇ ਦਰਬਾਰ 'ਚ ਲੈ ਗਿਆ, ਤੈਨੂੰ ਆਸਰਾ ਸੀਗਾ ਵੀ ਤੇਰੇ ਪਤੀ 5 ਪਤੀ ਉੱਥੇ ਬੈਠੇ ਨੇ ਤੈਨੂੰ ਕੁਝ ਨਹੀਂ ਹੋਣ ਦੇਣਗੇ। ਉਸ ਤੋਂ ਬਾਅਦ ਵੀ ਤੇਰਾ ਆਸਰਾ ਕਿਤੇ ਨਾ ਕਿਤੇ ਟਿਕਿਆ ਰਿਹਾ। ਉਸ ਤੋਂ ਬਾਅਦ ਜਦੋਂ ਤੂੰ ਆਪਦਾ ਸਾੜੀ ਦਾ ਪੱਲੂ ਆਪਦੇ ਦੰਦਾਂ 'ਚ ਦਬਾ ਲਿਆ, ਤੈਨੂੰ ਆਪਦੇ ਦੰਦਾਂ ਤੇ ਯਕੀਨ ਰਿਹਾ ਕਿ ਮੇਰੇ ਦੰਦ 'ਚੋਂ ਕੋਈ ਮੇਰੇ ਸਾੜੂ ਦਾ ਪੱਲੂ ਨਹੀਂ ਖਿਚਾ ਸਕਦਾ। ਉਸ ਤੋਂ ਬਾਅਦ ਜਦੋਂ ਉਹ ਵੀ ਆਸਰਾ ਖਤਮ ਹੋ ਗਿਆ ਤੇ ਦੁਸ਼ਯੰਤ ਨੇ, ਜੋ ਵੀ ਮੈਨੂੰ ਨਾਮ ਨਹੀਂ ਯਾਦ ਆ ਰਿਹਾ, ਉਹਨੇ ਜਦੋਂ ਤੈਨੂੰ ਨਗਨ ਕਰਨਾ ਚਾਹਿਆ, ਉਸੇ ਪਲ ਤੂੰ ਮੈਨੂੰ ਸੱਚੇ ਦਿਲੋਂ ਯਾਦ ਕੀਤਾ, ਤੇਰਾ ਕੋਈ ਆਸਰਾ ਨਹੀਂ ਰਿਹਾ। ਉਸ ਤੋਂ ਬਾਅਦ ਤੂੰ ਮੈਨੂੰ ਸੱਚੇ ਦਿਲੋਂ ਯਾਦ ਕੀਤਾ ਤੇ ਮੈਂ ਇੱਕ ਛਿਣ ਇੱਕ ਪਲ ਵੀ ਰੁਕਿਆ ਨਹੀਂ ਤੇਰੀ ਮਦਦ ਕਰਨ ਲਈ। ਸੋ ਇੱਕ ਗੱਲ ਹੋਰ ਮੈਂ ਇਸ ਤੋਂ ਇਲਾਵਾ ਕਰਨੀ ਹੈ। ਕਿੱਥੋਂ ਬੋਲ ਰਹੇ ਹੋ ਬੇਟਾ ਤੁਸੀਂ? ਮੈਂ ਵੀਰ ਜੀ ਚੰਡੀਗੜ੍ਹ ਤੋਂ ਆ ਜੀ। ਚੰਡੀਗੜ੍ਹ ਤੋਂ। ਕੀ ਕਰਦੇ ਹੋ ਤਿੰਦਰ ਬੇਟਾ?
ਮੈਂ ਵੀਰ ਜੀ PhD ਕਰ ਰਿਹਾ ਮਕੈਨੀਕਲ ਇੰਜੀਨੀਅਰਿੰਗ ਤੋਂ IIT ਕਾਨਪੁਰ ਤੋਂ ਜੀ। ਵਾਹ ਜੀ ਵਾਹ, ਵੈਰੀ ਗੁੱਡ ਵੈਰੀ ਗੁੱਡ। ਤੇ ਵੀਰ ਜੀ ਅਮਨਦੀਪ ਜੀ ਨੇ ਜੋੜਿਆ ਤੁਹਾਨੂੰ ਇੱਥੇ? ਹਾਂਜੀ 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 ਵੀਰ ਵਾਹ ਜੀ। ਜੀ ਵਾਹ, ਬਹੁਤ ਧੰਨਵਾਦ। ਹਾਂਜੀ ਹਾਂਜੀ ਹਾਂਜੀ, ਤੇ ਕਰੋ ਗੱਲ। ਇੱਕ ਲਾਸਟ ਗੱਲ ਮੈਂ ਕਰਨੀ ਸੀ ਕਿ ਅੱਜ ਜਿਵੇਂ ਜਪਜੀ ਸਾਹਿਬ ਜੀ ਦੀ ਵਿਚਾਰ ਹੋਈ ਹੈ ਕਿ ਵੀ ਪਰਮਾਤਮਾ ਦਾ ਅਥਾਹ ਨਹੀਂ ਪਾਇਆ ਜਾ ਸਕਦਾ, ਤੇ ਅੱਲਾ ਯਾਰ ਖਾਂ ਜੋਗੀ ਨੇ ਇੱਕ ਲਾਈਨ ਲਿਖੀ ਹੈ ਆਪਦੇ ਗੰਜ ਸ਼ਹੀਦਾਂ ਵਿੱਚ, ਉਹ ਮੈਂ ਤੁਕ ਸ਼ੇਅਰ ਕਰਨੀ ਹੈ ਤੁਹਾਡੇ ਨਾਲ। ਇੱਕ आंख से क्या बुलबुला कुल बहर को देखे, एक आंख से क्या बुलबुला कुल बहर को देखे, साहिल को या मंझदार को या लहर को देखे। आ गया कि भी एक बुलबुला, एक पानी का छोटा जिहा बुलबुला उस परमात्मा दे विशाल सागर नूं किवें बयान कर सकदा है? वो असमर्थ है, वो नहीं कर सकदा। ਐਨੀ ਕੋਈ ਬੇਨਤੀ ਕਰਨੀ ਸੀ ਬਹੁਤ ਬਸ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਾਂ, ਅੱਜ ਦੀ ਸਾਰੀਆਂ ਹੀ ਵਿਚਾਰਾਂ ਸਾਰਿਆਂ ਨੇ ਬਹੁਤ ਗਹਿਰ ਗੰਭੀਰਤਾ ਵੱਲ ਲਿਜਾਣ ਦੀ ਗੱਲ ਕੀਤੀ ਹੈ। ਲਾਸਟ ਦੇ ਜਿਹੜੇ ਬੇਟੇ ਅਤਿੰਦਰਪਾਲ ਸਿੰਘ ਜੀ ਨੇ ਗੱਲ ਕੀਤੀ ਹੈ, ਵਾਹਿਗੁਰੂ, ਜਿਹੜੀ ਰਘਬੀਰ ਸਿੰਘ ਬੀਰ, ਮੈਂ ਬੇਨਤੀ ਕਰਾਂਗਾ ਸਾਰੇ ਜਣੇ ਲਿਖੋ ਜੀ, ਡਾਕਟਰ ਰਘਬੀਰ ਸਿੰਘ ਬੀਰ। ਇਹ ਕਲਕੱਤੇ ਵਿੱਚ ਹੁੰਦੇ ਸੀ ਤੇ ਇਹਨਾਂ ਨੇ ਇੱਕ ਬਣਾਇਆ ਸੀ ਆਤਮ ਸਾਇੰਸ ਟਰਸਟ। ਇਸ਼ਮਨ ਬੇਟੀ ਹੈਗੀ ਹੈ ਤੇ ਚੈਟ ਵਿੱਚ ਲਿਖ ਦਿਓ ਜੀ, ਡਾਕਟਰ ਰਘਬੀਰ ਸਿੰਘ ਬੀਰ। ਹਾਂ, ਰਵਿੰਦਰ ਜੀ ਨੇ ਲਿਖ ਦਿੱਤਾ ਜੀ, ਆਤਮ ਸਾਇੰਸ ਟਰਸਟ। ਇਹਨਾਂ ਦੀਆਂ ਕਿਤਾਬਾਂ ਬੜੀਆਂ ਕਮਾਲ ਦੀਆਂ ਜੇ, ਬੜੇ ਬਹੁਤ ਵਧੀਆ। ਇਹ ਗਹਿਰਾਈਆਂ ਵਿੱਚ ਵੀ ਲੈ ਜਾਂਦੇ ਨੇ ਤੇ ਉਚਾਈਆਂ ਤੇ ਵੀ ਲੈ ਜਾਂਦੇ ਨੇ ਜੀ। ਔਰ ਜਿਹੜੀ ਪਹਿਲਾਂ ਵੀਰ ਜੀ ਨੇ ਗੱਲ ਕੀਤੀ ਸੀ, ਸਾਡੇ ਸਮੇਂ ਦੀਆਂ ਵਿਥਾਂ ਨੇ, ਜਿੱਥੇ ਥੋੜਾ ਸਮਾਂ ਮਿਲਦਾ ਸੀ ਨਾ, ਅੱਗੇ ਲੋਕ ਸਿਮਰਨ ਕਰਦੇ ਸੀ। ਹੁਣ ਥੋੜਾ ਜਿਹਾ ਸਮਾਂ ਮਿਲਦਾ ਤੇ ਆਪਾਂ ਇਹ ਚੱਕ ਲੈਂਦੇ ਆ। ਹੁਣ ਅਸੀਂ ਇਹ ਸਾਡੇ ਹਰ ਵੇਲੇ ਇਹ ਜੁੜਿਆ, ਇੱਕ ਪਲ ਲਈ ਵੀ ਇਹ ਦੂਰ ਹੋ ਜਾਏ ਅਸੀਂ ਕਹਿੰਦੇ ਆ ਹਾਏ ਪਤਾ ਨਹੀਂ ਕਿੱਥੇ ਗਿਆ। ਇਹ ਫੜਾਓ ਤੇ ਫਿਰ ਜਿਵੇਂ ਸਾਹ ਆਉਂਦਾ। ਤੇ ਜੇ ਪਰਮਾਤਮਾ ਦੇ ਨਾਲ ਸਾਡੀ ਗੱਲ ਬਣ ਜਾਏ ਤੇ ਬਹੁਤ ਹੀ ਪਿਆਰੀ ਗੱਲ ਅਵਸਥਾ ਸਾਡੀ ਬਣੇਗੀ। ਅੱਛਾ ਜੀ, ਬਖਸ਼ਿਸ਼ ਕਰਨ। ਸਮਾਂ ਹੋ ਗਿਆ। ਮੈਂ ਕੁਝ ਜ਼ਰੂਰੀ ਸੂਚਨਾਵਾਂ ਦੇਣਾ ਚਾਹਨਾ, ਪਲੀਜ਼ ਸਾਰੇ ਜਣੇ ਨੋਟ ਕਰੋ ਜੀ। 271 ਅਸੀਂ ਪਾਰਟਿਸਪੈਂਟ ਇਸ ਵੇਲੇ ਹੈਗੇ ਆ। ਹੋਇਆ ਕੀ ਹੈ ਜੀ ਕਿ ਬਹੁਤ ਜ਼ਿਆਦਾ ਖਬਰਾਂ ਆ ਰਹੀਆਂ ਨੇ ਕਿ ਜ਼ੂਮ ਐਪ ਠੀਕ ਨਹੀਂ ਹੈ। ਮੈਂ ਇਹਦੇ ਬਾਰੇ ਬੇਨਤੀ ਕਰਾਂ, ਕੁਝ ਗੱਲਾਂ ਹੈਗੀਆਂ ਵੀ ਠੀਕ ਨੇ ਤੇ ਕੁਝ ਵਧਾ ਕੇ ਵੀ ਕਹੀਆਂ ਜਾ ਰਹੀਆਂ ਨੇ। ਮੇਰੇ ਕੋਲ ਕੱਲ ਰਾਤ ਦੇ ਲਗਭਗ 8-10 ਸੱਜਣਾ ਦੇ, ਬੜੇ ਟੌਪ ਦੇ ਸੱਜਣਾ ਦੇ ਆਏ ਨੇ ਵੀ ਇਹਦੇ ਬਾਰੇ ਜ਼ਰੂਰ ਵਿਚਾਰ ਕਰੋ। ਤੇ ਮੈਂ ਬੇਨਤੀ ਕਰਾਂਗਾ, ਸਾਡਾ ਬੇਟਾ ਜੋ ਟੈਕਨੋਲੋਜੀ ਦਾ ਇਹ ਸਾਰਾ ਮਾਹਰ ਹੈ, ਜਸਜੋਤ ਸਿੰਘ, ਉਹ ਤੁਹਾਨੂੰ ਦੱਸਣਗੇ। ਤੇ ਹੁਣੇ ਹੀ ਮੈਂ ਇੱਕ ਨੰਬਰ ਤੁਹਾਨੂੰ ਦਿਆਂਗਾ, ਉਸ ਨੰਬਰ ਤੇ ਕੀ ਕਰਨਾ ਹੈ ਉਹ ਵੀ ਤੁਹਾਨੂੰ ਮੈਂ ਦੱਸਾਂਗਾ। ਪਰ ਕਿਰਪਾ ਕਰਕੇ ਜਾਣਾ ਨਹੀਂ, ਸਾਰੇ ਜਣੇ ਬਣੇ ਰਹੋ। ਹਾਂਜੀ ਜਸਜੋਤ ਜੀ, ਦੱਸੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਸਮਾਰਟ ਲੱਗ ਰਹੇ ਹੋ ਜੀ ਅੱਜ। ਹੈ ਹਾਂ, ਕਹਿੰਦੇ ਜੀ ਅੱਜ ਨਜ਼ਰ ਆਏ ਨੇ ਰੋਜ਼ ਜਸਜੋਤ ਜੋ ਸੁਣਦੇ ਆ। ਜਸਜੋਤ ਜੀ ਰੈਡੀ ਹੋ? ਸ਼ੁਰੂ ਕਰੀਏ ਜੀ। ਧੰਨਵਾਦ ਜੀ। ਹਾਂਜੀ, ਸ਼ੇਅਰ ਕਰੋ ਬੇਟਾ ਜੀ। ਕੀ ਕਹਿੰਦੇ ਆ, ਅਸੀਂ ਜਿਹੜੀ ਗਵਰਨਮੈਂਟ ਆਫ ਇੰਡੀਆ ਦਾ ਇੱਕ ਬ੍ਰਾਂਚ ਹੈ ਸਾਈਕੋਡ ਕਰਕੇ, ਸਾਈਬਰ ਕੋਆਰਡੀਨੇਸ਼ਨ ਸੈਂਟਰ, ਅਸੀਂ ਉਹਨਾਂ ਦੀ ਕੁਝ, ਉਹਨਾਂ ਨੇ ਆਪਣੀ ਪ੍ਰੀਕਾਸ਼ਨਸ ਦਿੱਤੀਆਂ ਸੀ, ਅਸੀਂ ਉਹ ਸਾਰੇ ਯੂਜ਼ ਕਰ ਰਹੇ ਹਾਂ ਆਪਣੀ ਮੀਟਿੰਗ ਵਿੱਚ। ਤੇ ਅਸੀਂ ਆਪਣੇ ਐਂਡ ਤੋਂ ਤਾਂ ਅਸੀਂ ਕਰ ਰਹੇ ਹਾਂ, ਪਰ ਜਿਹੜੇ ਪਾਰਟਿਸਪੈਂਟਸ ਦੇ ਐਂਡ ਤੋਂ ਹੈ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਉਹ ਆਪਣੇ ਆਪ ਦੀ ਸਿਕਿਉਰਿਟੀ ਕਿਵੇਂ ਕਰ ਸਕਦੇ ਨੇ। ਸਾਰਿਆਂ ਨੂੰ ਸਕਰੀਨ ਦਿਖ ਰਹੀ ਹੈਗੀ ਇਹ? ਹਾਂਜੀ ਹਾਂ। ਇਹ ਜਦ ਸਾਡੀ ਜ਼ੂਮ ਦੀ ਮੀਟਿੰਗ ਖਤਮ ਹੋ ਜਾਂਦੀ ਹੈ ਨਾ, ਤੇ ਤੁਸੀਂ ਕੀ ਕਰਨਾ, ਤੁਸੀਂ ਆਪਣੀ ਜਿਹੜੀ ਜ਼ੂਮ ਦੀ ਪਰਮਿਸ਼ਨਸ ਦਿੱਤੀਆਂ ਹੋਈਆਂ ਜ਼ੂਮ ਨੂੰ, ਉਹ ਅਸੀਂ ਸਾਰੀ ਬੰਦ ਕਰਨੀ ਆਉਂਦੀ ਹੈ। ਉਹਦੇ ਵਾਸਤੇ ਤੁਸੀਂ ਸਾਨੂੰ ਸਾਰਿਆਂ ਨੂੰ ਸੈਟਿੰਗਸ ਤੇ ਜਾਣਾ ਪਏਗਾ ਪਹਿਲਾਂ। ਤੇ ਸੈਟਿੰਗਸ ਵਿੱਚ ਐਪਸ ਕਰਕੇ ਹੋਏਗਾ, ਐਪਸ ਤੇ ਜਾਓਗੇ, ਉਹਦੇ ਵਿੱਚ ਤੁਹਾਨੂੰ ਮਿਲੇਗਾ, ਇਹ ਐਪਸ ਤੇ ਕਲਿੱਕ ਕਰੋਗੇ, ਇਹ ਵਿੰਡੋ ਖੁੱਲ ਜਾਏਗੀ। ਉਹਦੇ ਤੁਸੀਂ ਮੈਨੇਜ ਐਪਸ ਤੇ ਜਾਣਾ। ਮੈਨੇਜ ਐਪਸ ਦੇ ਅੰਦਰ ਤੁਸੀਂ ਜ਼ੂਮ ਨੂੰ ਲੱਭੋਗੇ, ਜ਼ੂਮ ਖੁੱਲ ਜਾਏਗਾ। ਜ਼ੂਮ ਤੇ ਜਾਓਗੇ ਨਾ ਤਾਂ ਇਹ ਪੇਜ ਖੁੱਲੇਗਾ, ਇਹਦੇ ਚ ਸਾਰੇ ਸਟੋਰੇਜ, ਡਾਟਾ ਯੂਜ਼ੇਜ ਸਾਰਾ ਕੁਝ ਦੱਸੇਗਾ।
ਇਹਦੇ ਸਭ ਤੋਂ ਪਹਿਲੇ ਤੁਸੀਂ ਜਾਣਾ ਐਪ ਪਰਮਿਸ਼ਨਸ ਤੇ। ਐਪ ਪਰਮਿਸ਼ਨਸ ਤੇ ਤੁਹਾਡੀ ਇਹ ਸਾਰੀ ਪਰਮਿਸ਼ਨਸ ਨਾ ਔਨ ਹੋਣਗੀਆਂ, ਅਸੀਂ ਸਾਰੀਆਂ ਆਫ ਕਰ ਦੇਣੀ। ਜਦ ਵੀ ਮੀਟਿੰਗ ਖਤਮ ਹੋਵੇ ਇਹ ਅਸੀਂ ਇਹ ਸਾਰੀ ਪਰਮਿਸ਼ਨਸ ਆਫ ਕਰ ਦੇਣੀ ਆ, ਤਾਂ ਜੋ ਬਾਈ ਚਾਂਸ ਕੋਈ ਤੁਹਾਡਾ ਹੈਕ ਵੀ ਕਰ ਰਿਹਾ ਹੋਏਗਾ ਤੇ ਉਹਦੇ ਕੋਲ ਕੋਈ ਪਰਮਿਸ਼ਨ ਨਹੀਂ ਹੋਏਗੀ, ਇਸ ਲਈ ਉਹ ਤੁਹਾਡਾ ਕੋਈ ਡਾਟਾ ਛੇਤੀ ਲੈ ਨਹੀਂ ਸਕਦਾ ਕੋਈ। ਇੱਕ ਹੋਰ ਗੱਲ ਹੁੰਦੀ ਹੈ ਕਿ ਕਈ ਬੰਦੇ ਜਿਵੇਂ ਮੀਟਿੰਗ ਲਾਸਟ ਤੇ ਛੱਡ ਜਾਂਦੇ ਵਿਚਕਾਰੋਂ, ਤੋ ਮੀਟਿੰਗ ਲੀਵ ਨਹੀਂ ਕਰਦੇ ਆ, ਉਹ ਸਿੱਧਾ ਹੋਮ ਬਟਨ ਦਬਾ ਕੇ ਬੰਦ ਕਰ ਦਿੰਦੇ ਆ। ਉਹਦੇ ਨਾਲ ਉਹ ਮੀਟਿੰਗ ਦੇ ਅੰਦਰ ਜੁੜੇ ਹੁੰਦੇ, ਜ਼ੂਮ ਔਨ ਹੁੰਦਾ, ਬਟ ਉਹਨਾਂ ਨੂੰ ਨਹੀਂ ਪਤਾ ਹੁੰਦਾ। ਇਸ ਲਈ ਜਦ ਵੀ ਮੀਟਿੰਗ ਲੀਵ ਕਰਨੀ ਹੈ, ਇੱਥੇ ਜਿੱਥੇ ਐਂਡ ਲਿਖਿਆ ਹੈ ਨਾ, ਇੱਥੇ ਤੁਹਾਡੀ ਥਾਂ ਤੇ ਲੀਵ ਲਿਖਿਆ ਹੋਏਗਾ, ਉਹ ਲੀਵ ਕਰਨਾ ਹੈਗਾ ਤੁਸੀਂ, ਤੇ ਉਹ ਮੀਟਿੰਗ ਤਾਂ ਹੀ ਬੰਦ ਹੋਏਗੀ ਤੁਹਾਡੀ। ਇੱਕ ਹੋਰ ਗੱਲ ਹੈ ਕਿ ਅਸੀਂ ਹੁਣ ਰੋਜ਼ ਇੱਕ ਨਵਾਂ ਮੀਟਿੰਗ ਆਈਡੀ ਤੇ ਪਾਸਵਰਡ ਦੇ ਕਰਾਂਗੇ ਜੀ, ਤਾਂ ਜੋ ਕੋਈ ਹੈਕਰ ਜਾਂ ਫਿਰ ਕੋਈ ਫਿਸ਼ਰ ਸਾਡੀ ਉਹਦੇ ਚ ਆ ਨਾ ਸਕੇ। ਤੇ ਇਸ ਲਈ ਰੋਜ਼ ਤੁਹਾਨੂੰ ਜਿਹੜੇ ਗਰੁੱਪਸ ਵਿੱਚ ਤੁਸੀਂ ਹੈਗੇ ਹੋ ਉਧਰ ਤੁਹਾਨੂੰ ਮੀਟਿੰਗ ਆਈਡੀ ਤੇ ਪਾਸਵਰਡ ਰੋਜ਼ ਆਏ ਕਰੇਗਾ, ਨਵਾਂ ਆਏ ਕਰੇਗਾ ਜੀ। ਮੈਂ ਉਹਦਾ ਦੱਸ ਦੇਣਾ ਬੇਟਾ। ਹਾਂਜੀ ਹਾਂਜੀ ਠੀਕ ਹੈ ਬੇਟਾ, ਠੀਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਜਣੇ ਇਹ ਵਾਲਾ ਚੀਜ਼ ਨੋਟ ਕਰੋ ਜੀ। ਦੇਖੋ ਤੁਹਾਡੇ ਆ ਗਿਆ ਜੀ, ਨਵਾਂ ਲਿੰਕ ਤੇ ਪਾਸਵਰਡ ਭੇਜਿਆ ਜਾਏ ਕਰੇਗਾ ਜੀ। ਹਰ ਰੋਜ਼ ਹੋ ਸਕਦਾ ਹੈ ਬਦਲੀਏ, ਇੱਕ ਦਿਨ ਬਾਅਦ ਬਦਲੀਏ, ਸਵੇਰੇ ਸ਼ਾਮ ਬਦਲੀਏ। ਇਹ ਬੜਾ ਜ਼ਰੂਰੀ ਹੈ ਕਿ ਕੋਈ ਸਾਡੇ ਇਸ ਐਪ ਰਾਹੀਂ, ਜ਼ੂਮ ਰਾਹੀਂ ਸਾਡਾ ਡਾਟਾ ਨਾ ਲੈ ਸਕੇ। ਸੋ ਪਹਿਲੀ ਗੱਲ ਲਿਖੀਏ, ਨਵਾਂ ਲਿੰਕ ਤੇ ਪਾਸਵਰਡ ਲੈਣ ਲਈ ਇਹ ਜਿਹੜਾ ਨੰਬਰ ਹੈ 8872, 0 ਨੂੰ O ਵੀ ਕਹਿੰਦੇ ਆ ਆਪਾਂ, ਤੇ ਯਾਦ ਰੱਖਣ ਦਾ ਤਰੀਕਾ ਬੜਾ ਵਧੀਆ ਜੀ। 8872 O ਬਾਈ 8872 022 2222 ਇਹਨੂੰ ਪਹਿਲੀ ਗੱਲ ਹੈ, ਇਹਨੂੰ ਸੇਵ ਕਰਨਾ ਹੈ। ਤੁਸੀਂ ਸੇਵ ਕੀ ਕਰਨਾ ਹੈ, ਆਪਣੇ ਮੋਬਾਈਲ 'ਚ ਇਹਨੂੰ ਸੇਵ ਕਰ ਲਓ, ਆਨਲਾਈਨ ਕਲਾਸ ਜਾਂ ਜੋ ਵੀ ਤੁਸੀਂ ਕਰਨਾ ਚਾਹੋ, ਪਰ ਤੁਹਾਨੂੰ ਲੱਭਣਾ ਫਿਰ ਸੌਖਾ ਰਹੇਗਾ, ਆਨਲਾਈਨ ਕਲਾਸ। ਇਹ ਸੇਵ ਕਰਨ ਤੋਂ ਬਾਅਦ ਤੁਸੀਂ ਇਸ ਨੰਬਰ ਤੇ WhatsApp ਕਰਨਾ ਹੈ। ਇਹ ਧਿਆਨ ਕਰੋ ਕੀ ਲਿਖਣਾ ਹੈ ਤੇ ਕਿਵੇਂ ਲਿਖਣਾ ਹੈ। ਪਹਿਲਾਂ ਆਪਣੀ ਜਗ੍ਹਾ ਲਿਖਣੀ ਹੈ, ਸਥਾਨ, ਕੋਮਾ ਪਾ ਕੇ ਲਿਖਣਾ ਹੈ ਨਾਮ, ਤੇ ਕੋਮਾ ਪਾ ਕੇ ਲਿਖਣਾ ਹੈ ਫੋਨ। ਕਿਵੇਂ, ਮੈਂ ਇਹਦੀ ਇੱਕ ਐਗਜ਼ਾਮਪਲ ਲਿਖੀ ਹੈ। ਜਿਹੜੇ ਅਸੀਂ ਆਮ ਸੱਜਣ ਆ ਉਹ ਲਿਖਾਂਗੇ ਸੰਗਰੂਰ ਵੀਰਪਾਲ ਕੌਰ, ਤੇ ਜੇ 2 ਜਣੇ ਅਟੈਂਡ ਕਰ ਰਹੇ ਹੋ ਤਾਂ ਦੂਜਾ ਵੀ ਨਾਮ ਲਿਖ ਸਕਦੇ ਹੋ। ਉਸ ਤੋਂ ਬਾਅਦ ਫੋਨ, ਇਹ ਨੰਬਰ ਲਿਖਣਾ ਹੈ। ਹਾਂ, ਕਿਤੇ ਤੁਸੀਂ 98 ਕਾਟੇ ਪਾ ਦਿਓ, ਇਹ ਨਹੀਂ ਕਰਨਾ। ਆਪਣਾ ਫੋਨ ਨੰਬਰ ਇੱਥੇ ਲਿਖਣਾ ਹੈ ਜਿੱਥੇ ਤੁਹਾਨੂੰ ਮੈਸੇਜ ਆਇਆ ਕਰੇਗਾ। ਪਰ ਇਹ ਮੈਸੇਜ ਤਾਂ ਆਏਗਾ ਜਦੋਂ ਤੁਸੀਂ ਇਹ ਵਾਲਾ ਉੱਪਰਲਾ ਨੰਬਰ ਸੇਵ ਕੀਤਾ ਹੋਏਗਾ। ਸੋ ਧਿਆਨ ਕਰੋ, ਪਹਿਲਾ ਕੰਮ ਹੈ ਇਹ ਨੰਬਰ ਨੂੰ ਸੇਵ ਕਰੋ, ਇਹਦਾ ਨਾਮ ਰੱਖ ਦਿਓ ਆਨਲਾਈਨ ਕਲਾਸ। ਫਿਰ ਇਸ ਨੰਬਰ ਤੇ WhatsApp ਕਰੋ। ਜਿਹੜੇ ਸਤਨਾਮ ਟਰਸਟ ਨਾਲ ਸੰਬੰਧਿਤ ਨੇ, ਉਹ ਲਿਖਣਗੇ SSKT, ਅੱਗੇ ਜਗ੍ਹਾ, ਫਿਰ ਨਾਮ, ਫਿਰ ਆਪਣਾ ਫੋਨ ਨੰਬਰ। ਜਿਹੜੇ ਗੁਰੂ ਨਾਨਕ ਮਲਟੀਵਰਸਿਟੀ ਨਾਲ ਸੰਬੰਧਿਤ ਨੇ ਉਹ ਲਿਖਣਗੇ GNM ਜਲੰਧਰ, ਇਸ ਤਰ੍ਹਾਂ ਹੀ ਨਾਮ ਤੇ ਫੋਨ ਨੰਬਰ। ਜਿਹੜੇ ਸਟੂਡੈਂਟਸ ਨੇ ਉਹ ਲਿਖਣਗੇ EPP, ਅੱਗੇ ਆਪਣਾ ਨਾਮ ਤੇ ਹੋਰ ਅਗਰ 2 ਜਣੇ ਨੇ 2 ਨਾਮ, ਫਿਰ ਫੋਨ ਨੰਬਰ। ਵਾਹਿਗੁਰੂ ਜੀ, ਠੀਕ ਹੈ। ਸਾਰਿਆਂ ਨੂੰ ਬੇਨਤੀ ਹੈ ਇਹਦਾ ਸਕਰੀਨਸ਼ਾਟ ਕਰ ਲਓ, ਇਹ ਆਪਣੇ ਕੋਲ ਲਿਖ ਕੇ ਰੱਖ ਲਓ। ਕਿਵੇਂ ਆਪਣਾ ਨਾਮ ਲਿਖਣਾ ਹੈ, ਮੈਂ ਇਹ ਵੀ ਦੇਖਾਂਗਾ ਕਿ ਤੁਹਾਡੇ ਚੋਂ ਕਿੰਨੇ ਜਣੇ ਠੀਕ ਲਿਖਦੇ ਹੋ। ਜੇ ਕਿਸੇ ਦੇ ਇਹਦੇ ਬਾਰੇ ਕੋਈ ਸਵਾਲ ਹੈ ਤੇ ਪਲੀਜ਼ ਹੈਂਡ ਰੇਜ਼ ਕਰਕੇ ਤੁਸੀਂ ਪੁੱਛ ਸਕਦੇ ਹੋ। ਸਿਰਫ ਇਹਦੇ ਬਾਰੇ ਕੋਈ ਸਵਾਲ ਕਰਨਾ ਹੈ ਤੇ ਜੇ ਨਹੀਂ ਸਮਝ ਆਇਆ ਤੇ। ਸੋ ਮੈਂ ਦੁਬਾਰਾ ਦੱਸ ਦਿਆਂ, ਹਾਂ ਇਹ ਬੜਾ ਅੱਛਾ ਇੱਕ ਕੁਐਸਚਨ ਆ ਰਿਹਾ, ਲੈਪਟਾਪ ਤੇ ਕੀ ਸਿਕਿਉਰਿਟੀ ਹੈ। ਇਹ ਹੁਣੇ ਜਸਜੋਤ ਜੀ ਨੂੰ ਬੇਨਤੀ ਕਰਾਂਗਾ, ਉਹ ਦੱਸਣਗੇ। ਪਰ ਇਹ ਗੱਲ ਸਭ ਨੂੰ ਸਮਝ ਆ ਗਈ ਜੀ। ਹੁਣੇ ਹੀ ਮੀਟਿੰਗ ਖਤਮ ਹੁੰਦਿਆਂ ਹੀ ਤੁਸੀਂ ਇਸ ਨੰਬਰ ਤੇ ਆਪਣੀ ਜਗ੍ਹਾ, ਨਾਮ ਤੇ ਫੋਨ ਨੰਬਰ ਭੇਜ ਦੇਣਾ ਹੈ। ਹੋ ਸਕਦਾ ਹੈ ਅਸੀਂ ਸ਼ਾਮ ਦਾ ਹੀ ਜਿਹੜਾ ਪਾਸਵਰਡ ਤੇ ID ਬਦਲ ਦਈਏ। ਸੋ ਹਮੇਸ਼ਾ ਅਸੀਂ ਬਦਲ ਕੇ ਕਰਾਂਗੇ। ਕਈ ਲੋਕ ਸਾਨੂੰ ਸੁਜੈਸਟ ਕਰ ਰਹੇ ਨੇ, ਨਹੀਂ ਜੀ ਤੁਸੀਂ ਕਲਾਸ ਬੰਦ ਕਰ ਦਿਓ। ਬੰਦ ਕਰ ਦਈਏ ਜੀ?
कौन कौन कहंदा जी बंद कर दियो? हाँ सारे सगों कहंदे ने ते मौज बनी हुई है जी, बंद क्यों करिए? हाँ जे मुश्किल आई है असीं हल लभीए। सरकार ने भी किसे ये नहीं कहा कि तुसीं बंद कर दो, सरकार ने कहा प्रिकॉशन लवो तुसीं। सो जिहड़ी जसजोत जी ने प्रिकॉशन दसी है असीं वो वाली प्रिकॉशन भी लईए ते कोई घबराण वाली गल नहीं है। किते किते वो कहंदे जी जे तुहाडा वो हैक कर लैणगे ते इत्थे कई वारी अपनी गलत वीडियो गलत मैसेज पा देणगे ते आपां हुण तैयार रहिए, जे कोई पाएगा तो वैसे तो वो जूम वाले भी सुचेत हो गए ने, कोई हैक नहीं कर पाएगा, पर जे कोई करदा है ते आपां उत्ते बारे सुचेत हां। दूजी गल है कई कहंदे जी कोई तुहाडीਆਂ ਗੱਲਾਂ आके सुन लेगा, ਉਹਦੇ ਲਈ ਇੱਕ सिस्टम ਹੁੰਦਾ है लॉक मीटिंग। लॉक ਹੁੰਦਾ ਵੀ ਆ ਜੀ ਇੰਨੇ ਬੰਦੇ ਆ ਗਏ ਹੁਣ ਹੋਰ ਕੋਈ ਨਹੀਂ ਆ ਸਕੇਗਾ। ਉਹ ਭਾਈ ਅਸੀਂ ਤੇ ਕਹਿੰਦੇ ਜਿਹੜਾ ਮਰਜ਼ੀ ਆਏ, ਕੋਈ ਸੀਆਈਡੀ ਵਾਲੇ ਆਣ, ਕੋਈ ਕਿਸੇ ਦੇਸ਼ ਤੇ ਆਣ, ਕਿਸੇ ਧਰਮ ਦੇ ਆਣ, ਸਾਡੀ ਬਾਣੀ ਸਾਡੀ ਵਿਚਾਰ ਸਾਰਿਆਂ ਲਈ ਸਾਂਝਾ ਹੈ। ਉਪਦੇਸ਼ ਚੌ ਵਰਨਾ ਕੋ ਸਾਂਝਾ। ਇਹ ਤਾਂ ਸਮਝੋ ਜਿਵੇਂ ਗੁਰਦੁਆਰੇ 'ਚ ਦੀਵਾਨ ਲੱਗਾ ਹੁੰਦਾ, ਕੋਈ ਵੀ ਆ ਕੇ ਬਹਿ ਗਿਆ, ਸਾਡੇ 'ਚ ਵੀ ਕੋਈ ਬਹਿ ਕੇ ਸੁਣ ਰਿਹਾ ਤਾਂ ਕੀ ਹੋਇਆ। ਸੋ ਸਾਨੂੰ ਲੌਕ ਮੀਟਿੰਗ ਵੀ ਕਰਨ ਦੀ ਲੋੜ ਨਹੀਂ ਹੈਗੀ। ਜੋ ਜਸਜੋਤ ਜੀ ਨੇ ਤੁਹਾਨੂੰ ਪ੍ਰੀਕਾਸ਼ਨਸ ਦਸੀਆਂ ਨੇ, ਬੜੀ ਸਿੰਪਲ ਪ੍ਰੀਕਾਸ਼ਨ। ਸੈਟਿੰਗ ਵਿੱਚ ਜਾਓ, ਐਪ ਵਿੱਚ ਜਾਓ, मैनेज ऐप में जाओ, ऐप परमिशंस जूम में जाओ, ऐप परमिशंस देखो ते परमिशंस ऑफ कर दो। अगली बारी शुरू करना है फिर परमिशंस ऑन कर लो। हाँ जी जसजोत जी कुछ कह रहे सी? अंकल एक होर गल सीगी कि ਅਸੀਂ ਨਾ ਆਪਣੀ ਜ਼ੂਮ ਐਪ ਨੂੰ ਨਾ ਹਮੇਸ਼ਾ ਅਪਡੇਟ ਰੱਖੀਏ, ਕਿਉਂਕਿ ਨਾ ਹੁਣ ਜ਼ੂਮ ਨੂੰ ਉਹਨੂੰ ਆਪਣੇ ਸਿਕਿਉਰਿਟੀ ਫੀਚਰਸ ਵਧਾ ਰਹੇ ਆ ਤੇ ਹਰ 2-3 ਦਿਨ ਬਾਅਦ ਉਹਦਾ ਇੱਕ ਨਵਾਂ ਅਪਡੇਟ ਆ ਰਿਹਾ ਤੇ ਉਹਨੂੰ ਟੋਟਲੀ ਅਪਡੇਟ ਚੈੱਕ ਕਰਦੇ ਰਹੋ ਤੇ ਅਪਡੇਟ ਕਰਦੇ ਰਹੋ। ਠੀਕ ਹੈ। ਤੇ ਲੈਪਟਾਪ ਦੀ ਸਿਕਿਉਰਿਟੀ ਬਾਰੇ ਕੀ ਹੈ ਜੀ ਕੋਈ? ਅੰਕਲ ਲੈਪਟਾਪ ਹਲੇ ਮਚ ਸਿਕਿਉਰ ਹੈਗਾ ਮੋਬਾਈਲ ਨਾਲੋਂ, ਤੇ ਪਰ ਲੈਪਟਾਪ ਵਿੱਚ ਇੱਕ ਤੁਸੀਂ ਆਪਣਾ ਇੱਕ ਵਧੀਆ ਐਂਟੀਵਾਇਰਸ ਜ਼ਰੂਰ ਪਾ ਕੇ ਰੱਖੋ। ਠੀਕ ਹੈ ਜੀ। ਹਾਂਜੀ ਜਿਨ੍ਹਾਂ 'ਚ ਐਂਟੀਵਾਇਰਸ ਹੈ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ? ਨਹੀਂ। ਹਾਂਜੀ ਚਲੋ ਜੀ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। 2-3 हैंड रेज ने जी, फटाफट देखो बेटा कुछ कहना चाहते ने ते आपां लै सकीए। अपनी वीडियोज ऑन करो जी, जेडे हैंड रेज करदे हो नाल ही अपनी वीडियो ऑन कर दिया करो जी। वाहिगुरू जी। वाहिगुरू जी का खालसा, वाहिगुरू जी की फतेह जी। मैं ऐड करांगा जी ਜਿਹੜਾ ਤੁਸੀਂ ਸਿਕਿਉਰਿਟੀ ਐਡਵਾਈਜ਼ਰੀ ਦਿੱਤਾ ਹੈ ਨਾ ਸਾਰਿਆਂ ਨੂੰ, ਇਹਦੇ ਵਿੱਚ ਇੱਕ ਇਹ ਵੀ ਐਡ ਕਰ ਲੈਣ ਜਿਹੜੇ ਜਿਹੜੇ ਸਰਕਾਰੀ ਟੀਚਰਸ ਨੇ ਜਾਂ ਅਦਰਵਾਈਜ਼ ਸਰਕਾਰੀ ਨੌਕਰੀ 'ਚ ਨੇ ਲੋਕ, ਕੱਲ ਸ਼ਾਮ ਤੋਂ MHA ਨੇ ਸਰਕਾਰੀ ਕੰਮਾਂ ਲਈ ਇਹ ਜ਼ੂਮ ਐਪ ਨੂੰ ਮਨਾ ਕਰ ਦਿੱਤਾ ਹੋਇਆ। ਠੀਕ ਹੈ ਜੀ। There is an order saying ਕਿ Zoom app will not be used for official purposes। ਤੁਸੀਂ ਆਪਣੇ ਪ੍ਰਾਈਵੇਟ ਕੈਪੈਸਿਟੀ 'ਚ ਇਹਨੂੰ ਯੂਜ਼ ਕਰ ਸਕਦੇ ਹੋ ਵਿਦ ਜਿਹੜੀ ਐਡਵਾਈਜ਼ਰੀ ਦੇ ਰਿਸਟ੍ਰਿਕਸ਼ਨਸ ਆਏ ਨੇ ਉਹਨੂੰ ਲੈ ਕੇ। ਤੇ ਸੋ ਦੈਟ, ਔਰ ਦੂਜੀ ਬੜੀ ਅੱਛੀ ਗੱਲ ਦੱਸੀ ਹੁਣੇ ਜਸਜੋਤ ਨੇ ਕਿ ਅਪਡੇਟ ਕਰਦੇ ਰਹੋ। ਅਸੀਂ ਬਹੁਤ ਵਾਰੀ ਆਪਣਾ ਐਪ ਜਾਂ ਆਪਣੀ ਜੋ ਅਸੀਂ ਕੰਪਿਊਟਰ ਵਿੱਚ ਡਾਊਨਲੋਡ ਕੀਤੀਆਂ ਹੁੰਦੀਆਂ ਚੀਜ਼ਾਂ ਉਹਨਾਂ ਨੂੰ ਅਪਡੇਟ ਨਹੀਂ ਕਰਦੇ, ਤੇ ਬਹੁਤ ਸਾਰੇ ਸਿਕਿਉਰਿਟੀ ਫੀਚਰਸ ਆਪਣੇ ਆਪ ਜਦੋਂ ਅਸੀਂ ਅਪਡੇਟ ਕਰਦੇ ਹਾਂ ਉਹਦੇ ਵਿੱਚ ਹੋ ਜਾਂਦੇ ਹੈਗੇ ਆ। ਸੋ ਦੂਸਰਾ ਜਿਹੜਾ ਜਿੰਨਾ ਕੁਝ ਤੁਸੀਂ ਦੱਸਿਆ ਇਹ ਤੁਸੀਂ ਐਪ ਬੇਸ ਦਾ ਦੱਸਿਆ। ਸਿਮਿਲਰਲੀ ਵੈਬਸਾਈਟ ਬੇਸਡ ਜ਼ੂਮ ਜਿਹੜੇ ਲੋਕ ਯੂਜ਼ ਕਰਦੇ ਨੇ ਲੈਪਟਾਪ ਤੇ ਕੰਪਿਊਟਰ ਤੇ, ਸਿਮਿਲਰ ਐਡਵਾਈਜ਼ਰੀ ਉਹਨਾਂ ਲਈ ਵੀ ਹੈਗੀ ਆ, ਉਹ ਵੀ ਉਸੇ ਐਡਵਾਈਜ਼ਰੀ ਵਿੱਚ ਹੀ ਹੈ ਜਿਨ੍ਹਾਂ ਦਾ ਤੁਸੀਂ ਰੈਫਰੈਂਸ ਦੇ ਕੇ ਦੱਸਿਆ ਹੈ। ਅੱਛਾ, ਉਹਦੇ ਵਿੱਚ ਕੀ ਹੈਗੀ ਕੋਈ ਪਤਾ ਜੀ? ਉਹਦੇ ਜਿਹੜਾ ਫਰਸਟ ਪੁਆਇੰਟ ਹੈਗਾ ਉਹ ਵੈਬਸਾਈਟ ਬੇਸਡ ਹੈ ਤੇ ਸੈਕੰਡ ਪੁਆਇੰਟ ਇਜ਼ ਐਪ ਬੇਸਡ। ਠੀਕ ਹੈ ਜੀ। ਜਿਹੜੀ ਐਡਵਾਈਜ਼ਰੀ ਦਾ ਤੁਸੀਂ ਰੈਫਰੈਂਸ ਦਿੱਤਾ ਹੈ ਨਾ, ਹਾਂਜੀ, ਉਸ ਦੇ ਵਿੱਚ ਜਿਹੜਾ ਫਰਸਟ ਪੁਆਇੰਟ ਹੈ 3 ਜਾਂ 4 ਪੇजेस ਹਨ ਜਿਹੜੇ ਉਹ ਵੈਬਸਾਈਟ ਬੇਸਡ ਠੀਕ ਹੈ ਜ਼ੂਮ ਦੇ ਹੈਗੇ ਆ, ਔਰ ਜਿਹੜੇ ਲਾਸਟ 4-5-6 ਪੇजेस ਹੈ ਉਹ ਐਪ ਬੇਸਡ ਜ਼ੂਮ ਦੇ ਹੈਗੇ ਆ। ਹਾਂ ਔਰ ਆਲਮੋਸਟ ਸਿਮਿਲਰ ਹੈ ਸਾਰਾ ਕੁਝ। ਔਰ ਜਿਹੜਾ ਕੰਪਿਊਟਰ ਜਿਹੜਾ ਕੇਬਲ ਬੇਸ ਹੈ ਜਿਨ੍ਹਾਂ ਕੋਲ ਕਨੈਕਸ਼ਨ, ਉਹਨਾਂ ਦਾ ਤਾਂ ਆਲਮੋਸਟ ਆਪਣੇ ਆਪ ਅਪਡੇਟ ਹੁੰਦੇ ਰਹਿੰਦੇ ਹੈਗੇ ਆ। ਮੋਬਾਈਲਸ ਵਿੱਚ ਸਾਨੂੰ ਬਹੁਤ ਵਾਰੀ ਅਪਡੇਟ ਕਰਨਾ ਪੈਂਦਾ ਹੈਗਾ। ਸੋ ਅਪਡੇਟ ਫੀਚਰ ਇਜ਼ ਅ ਗੁੱਡ ਵਨ ਐਂਡ ਐਂਟੀਵਾਇਰਸ ਇਜ਼ ਗੁੱਡ ਵਨ, ਔਰ ਟਾਈਮ ਟੂ ਟਾਈਮ ਇਹਦੀਆਂ ਜਿਹੜੀਆਂ ਹੋਰ ਐਡਵਾਈਜ਼ਰੀ ਜਾਣਗੀਆਂ ਉਹ ਵੀ ਸ਼ੇਅਰ ਕਰਦੇ ਰਹਿਣਾ ਸਕਦਾ। ਬਹੁਤ ਵਧੀਆ ਜੀ, ਬਹੁਤ ਧੰਨਵਾਦ ਜੀ। ਇੱਕ ਸਵਾਲ ਆਇਆ ਜੀ ਚੈਟ ਦੇ ਵਿੱਚ ਕਿ ਸਟੂਡੈਂਟਸ ਨੇ ਜਿਹੜਾ ਨੰਬਰ ਲਿਖਾਇਆ ਹੈ ਉਹਦੇ ਤੇ ਕਿਵੇਂ ਭੇਜਣਾ ਹੈ?
मैं बेनती करांगा सब तो पहले वाला स्टूडेंट सिर्फ अपना जगह लिखणगे, अपना नाम लिखणगे, ब्रैकेट विच अपनी क्लास लिख दिओ। स्टूडेंट वास्ते सिर्फ इन्नी कु जिहड़ी गल है मैं दोबारा दिखा रहा वां, जिथे संगरूर वीरपाल कौर लिखिया है ब्रैकेट विच इस जगह ते उत्ते इत्थे अपनी क्लास लिख दिओ जी। संगत क्लास नहीं लिखेगी, बाकी जने क्लास लिखणगे स्टूडेंट। ठीक है जी। और किसी दे मन च कोई भी सवाल है तुसीं दस पुछ सकदे हो। संगत ने कुछ नहीं लिखना जी, संगत ने जिवें दसिया जगह, नाम ते फोन नंबर। हाँ जी ठीक है जी। गुरु बख्शिश करे जी। आपां इत्थे ही समाप्ति करते हैं। सतगुरु जी मेहर करनगे। एक हैंड हाली भी रेज है जी, आ नहीं रहे सामने, बेटा देखो। हाँ जी हाँ जी, रविंदर कौर जी, हाँ जी वेलकम जी। वाहिगुरु जी का खालसा वाहिगुरु जी की फतेह। मेरी आवाज आ रही है? हाँ जी आ रही है जी, दसो। वाहिगुरु जी का खालसा वाहिगुरु जी की फतेह। और मैनू आवाज नहीं आ रही थोड़ी? आ रही है जी, थोड़ी आवाज आ रही है जी, बोलो तुसी। वाहिगुरु जी का खालसा वाहिगुरु जी की फतेह। मैनू आवाज नहीं आ रही बिल्कुल। थोड़ी आवाज आ रही है भैन जी। हाँ जी, ये तुसी बहुत वधिया। ठीक है जी, मैनू भी कोई रिस्पॉन्स मिलना चाहिए ना अगों। हाँ जी बोलो तुसी। अज बहुत वधिया तुसी ये कर रहे हो उपराला। उपराला बहुत वधिया कर रहे हो। ते सहज पाठ कर रही हूँ मैं, ते तुहाडे लैक्चर भी मैं अक्सर सुने हैं। ते वाहो वाहो वालियां पंक्तियां आईयां, अज मैं सहज पाठ किया। ते मैनू पंक्तियां याद नहीं है, वैसे मैं रख लियां ही है अपने को सेव करके। ते मैं जदों भी सहज पाठ करदी हां ना, हमेशा तुहाडी याद आंदी वीर जी, सरबजीत सिंह जी। क्योंकि तुसी उस टाइम कहा सी कोई भी लैक्चर दिंदा है मैं बहुत ध्यान नाल सुनदी हां। तो वाहो बारे दस्सिया कि परमात्मा दा नाम भी वाहो वाहो करके ही लेना है, बहुत खुशी मिलती है। ते दूसरी गल के जो कोई भी काम कर रहा है तुसी ओहदी प्रशंसा जरूर करनी है, वाह वाह कहना जरूर। मैनू ओ जदों भी ये पंक्ति आंदी है ना, हमेशा इस गल दी याद आंदी है कि वीर जी ने यह गल कही सी, ते मैं बार बार वही पंक्तियां रिपीट करनी है। वाहिगुरु जी का खालसा वाहिगुरु जी की फतेह। वाहिगुरु जी की फतेह। बहुत बहुत धन्यवाद भैन जी। ਆਪਾਂ ਇੱਥੇ ਹੀ ਅੱਜ ਦੀ ਮੀਟਿੰਗ ਨੂੰ ਸਮਾਪਤ ਕਰਦੇ ਹਾਂ ਜੀ। ਸਾਰਿਆਂ ਦਾ ਧੰਨਵਾਦ। ਸ਼ਾਮੀ 7 ਵਜੇ ਦੁਬਾਰਾ ਮਿਲਾਂਗੇ। ਹੋ ਸਕਦਾ ਹੈ ਨਵਾਂ ਕੋਡ ਤੁਹਾਨੂੰ ਆ ਜਾਏ। ਸਾਰਿਆਂ ਨੂੰ ਬੇਨਤੀ ਹੈ ਆਪਣਾ ਹੁਣੇ ਹੀ ਭੇਜ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।